200 ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਕਹਿੰਦੇ ਹਨ ਬੱਚੇ ਨੂੰ ਚੰਗੇ ਸੰਸਕਾਰ ਆਪਣੇ ਮਾਂ-ਬਾਪ ਜਾਂ ਫਿਰ ਘਰ ਦੇ ਵੱਡਿਆਂ ਤੋਂ ਹੀ ਮਿਲਣੇ ਸ਼ੁਰੂ ਹੁੰਦੇ ਹਨ ਅਤੇ ਬਾਅਦ ਵਿੱਚ ਸਮਾਜ ਵਿੱਚੋਂ। ਪਰ ਜੇਕਰ ਸ਼ੁਰੂਆਤ ਹੀ ਚੰਗੀ ਹੋ ਜਾਵੇ ਤਾਂ ਬੱਚਾ ਕਦੇ ਨਹੀਂ ਭਟਕਦਾ। ਇਸੇ ਤਰ੍ਹਾਂ ਦਾ 4 ਸਾਲ ਦੀ ਬੱਚੀ ਜੋ ਕਿ ਗੁਰਦਾਸਪੁਰ ਦੇ ਸਰਹੱਦੀ ਕਸਬਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਪਰਾਚਾ ਦੀ ਇੱਕ ਸਧਾਰਨ ਪਰਿਵਾਰ ਵਿੱਚ ਰਹਿਣ ਵਾਲੀ ਹੈ, ਜਿਸ ਦਾ ਬਾਪ ਪਿੰਡ ਵਿੱਚ ਹੀ ਦੁੱਧ ਦੀ ਡੈਰੀ ਚਲਾਉਂਦਾ ਹੈ ਤੇ ਮਾਂ ਘਰੇਲੂ ਮਹਿਲਾ ਹੈ। ਪਰ ਆਪਣੀ ਧੀ ਨੂੰ ਬਹੁਤ ਮਿਹਨਤ ਕਰਵਾਈ, ਜਿਸ ਤੋਂ ਬਾਅਦ ਬੱਚੀ ਜਪਜੀ ਸਾਹਿਬ ਦਾ ਪਾਠ, 10 ਗੁਰੂਆਂ ਦੇ ਨਾਮ, ਜੁਝਾਰੂ ਖਾਲਸਾ ਤੇ ਕਈ ਐਸੀਆਂ ਗੁਰਬਾਣੀ ਦੀਆਂ ਸਤਰਾਂ ਹਨ ਜੋ ਕਿ ਉਹ ਮੂੰਹ ਜ਼ਬਾਨੀ ਬੋਲ ਲੈਂਦੀ ਹੈ। My name is Gurnoor Kaur. My class is UKG. ਜਪਜੀ ਸਾਹਿਬ ਦਾ ਪਾਠ, 4 ਸਾਹਿਬਜ਼ਾਦੇ, 5 ਕਕਾਰ, 5 ਪਿਆਰੇ, 10 ਗੁਰੂ ਸਾਹਿਬਾਨ ਦੇ ਨਾਮ, ਸੂਬੇ ਦੀ ਖਿਚੜੀ ਤੇ ਜੁਝਾਰੂ ਖਾਲਸਾ। ਇਹ ਸਾਰਾ ਕੁਝ ਮੰਮਾ ਨੇ ਸਿਖਾਇਆ। ਉਦੋਂ ਮੈਂ 2 ਸਾਲ ਦੀ ਸੀ। ਮੈਂ ਫੋਨ ਤੋਂ ਵੇਖ ਕੇ ਸੁਣਾਉਂਦੇ ਸੀ। ਜਦੋਂ ਗੁਰਪੁਰਬ ਹੁੰਦਾ ਅੱਗੇ ਪਿੱਛੇ ਨਹੀਂ ਜਾਂਦੀ ਜੀ। ਅੱਗੇ ਪਿੱਛੇ ਨਹੀਂ ਜਾਂਦੀ ਜਿਸ ਤਰ੍ਹਾਂ ਹੁਣ ਅੱਜ ਨਹੀਂ ਗਈ। ਨਹੀਂ, ਪਾਪਾ ਨੇ ਨਹੀਂ ਸਿਖਾਇਆ ਕੁਝ। ਜੁਝਾਰੂ ਖਾਲਸਾ ਸਿਖਾਇਆ ਕੱਲਾ। ਜੁਝਾਰੂ ਖਾਲਸਾ ਇਕੱਲਾ ਸਿਖਾਇਆ। ਗੁਰਨੂਰ ਮੇਰੀ ਬੇਟੀ ਨਹੀਂ, ਮੇਰਾ ਪੁੱਤ ਜੀ। ਹਾਂਜੀ, ਇਹਦਾ 2.25 ਸਾਲ ਦੀ ਸੀ ਜਦੋਂ ਦਾ ਮਤਲਬ ਕਿ ਗੁਰਬਾਣੀ ਦਾ ਕੰਠ ਕਰਨ ਲੱਗੀ ਜੀ। ਹਾਂਜੀ, ਤੇ ਇਹ ਹੌਲੀ ਹੌਲੀ ਇਹਦਾ ਤਾਂ ਰੁਝਾਅ ਵੱਧਦਾ ਗਿਆ। ਇਹ ਮੈਨੂੰ ਕਹਿੰਦੀ ਗਈ ਮੰਮਾ ਮੈਨੂੰ ਹੋਰ ਸਿਖਾਓ। ਬਸ ਇੱਕ ਸਮੇਂ ਦੀ ਘਾਟ ਜੇ, ਕਿਉਂਕਿ ਆਪਾਂ ਇਕੱਲੇ ਰਹਿੰਦੇ ਹਾਂ। ਸਮੇਂ ਦੀ ਘਾਟ ਕਰਕੇ ਇਹਨੂੰ ਬਹੁਤ ਥੋੜ੍ਹਾ ਸਿਖਾਇਆ ਗਿਆ। ਹਾਂਜੀ, ਤੇ ਇਹ ਗੁਰਬਾਣੀ ਯਾਨੀ ਕਿ ਜਪਜੀ ਸਾਹਿਬ ਦੇ 5 ਪੌੜੀਆਂ ਦਾ ਪਾਠ, 4 ਸਾਹਿਬਜ਼ਾਦੇ, 5 ਕਕਾਰ, ਯਾਨੀ ਕਿ 10 ਗੁਰੂ ਸਾਹਿਬਾਨ ਦੇ ਨਾਂ, ਹੋਰ ਵੀ ਯਾਨੀ ਕਿ ਜਿਵੇਂ 4 ਸਾਹਿਬਜ਼ਾਦਿਆਂ ਦੀ ਫਿਲਮ 'ਚ ਡਾਇਲੋਗ ਆ ਉਹ ਇਹਨੂੰ ਆਉਂਦੇ ਜੀ। ਮਤਲਬ ਕਿ ਨੋਨ ਸਟਾਪ ਤੁਸੀਂ ਸੁਣ ਸਕਦੇ ਹੋ ਇਹਦੇ ਕੋਲ ਵੀ। ਤੇ ਗੁਰਬਾਣੀ ਦੇ ਨਾਲ ਨਾਲ ਚਲੋ ਪੜ੍ਹਾਈ ਵੀ ਜ਼ਰੂਰੀ ਹੈ, ਪਰ ਪੜ੍ਹਾਈ 'ਚ ਵੀ ਜੇ ਵੇਖੀ ਜਾਏ ਤਾਂ ਇਹਦੀ ਮਤਲਬ ਕਿ ਹਾਲੇ ਤੱਕ 1st 2nd ਹੀ ਪੋਜੀਸ਼ਨ ਆਉਂਦੀ ਹੈ। ਡਿਵਾਈਨ ਪਬਲਿਕ ਸਕੂਲ ਇਹ ਮਤਲਬ ਪੜ੍ਹਦੀ ਇੱਥੇ ਲਾਗੇ ਨਜ਼ਦੀਕ ਹੀ ਪੈਂਦਾ ਸਾਡੇ। ਪਰ ਇਹਦਾ ਬਸ ਜ਼ਿਆਦਾਤਰ ਹਾਲੇ ਵੀ ਵੇਖਿਆ ਜਾਏ ਜਿਵੇਂ ਬੱਚੇ ਕਾਰਟੂਨ ਵੇਖਦੇ ਨੇ, ਗਾਣਿਆਂ 'ਤੇ ਮਤਲਬ ਆਪਣੀ ਵੀਡੀਓ ਵਗੈਰਾ ਬਣਾਉਂਦੇ ਨੇ, ਇਹ ਚੀਜ਼ਾਂ ਲਈ ਇਹਦਾ ਰੁਝਾਅ ਬਹੁਤ ਹੀ ਥੋੜ੍ਹਾ ਵਾ। ਇਹਦਾ ਸਿਰਫ ਜ਼ਿਆਦਾਤਰ ਵੇਖਿਆ ਗੁਰਬਾਣੀ ਵਾਲੇ ਪਾਸੇ ਇਹਦਾ ਰੁਝਾਅ ਜ਼ਿਆਦਾ। ਆਪਣੇ ਮੂੰਹੋਂ ਕਹਿੰਦੀ ਵੀ ਮੈਨੂੰ ਗੁਰਦੁਆਰਾ ਸਾਹਿਬ ਖੜਿਆ ਕਰੋ, ਉੱਥੇ ਜਾ ਕੇ ਆਪੇ ਜਾ ਕੇ ਮਤਲਬ ਕਿ ਹੱਥ ਜੋੜ ਕੇ ਇਹਨੇ ਬਿਨਾਂ ਕਿਹਾ ਪਾਠ ਕਰਨ ਲੱਗ ਪੈਂਦੀ। ਮੈਨੂੰ ਤਾਂ ਬਸ ਇਹੀ ਆ, ਇਹਨਾਂ ਦੇ ਮਦਰ ਆ ਉਹ ਕੋਲ ਬਿਠਾ ਕੇ ਕਾਫੀ ਉਹਨਾਂ ਨੂੰ ਸਮਾਂ ਦਿੰਦੇ ਰਹੇ ਆ। ਠੀਕ ਹੈ, ਉਹਦੇ ਨਾਲ ਹੀ ਚਲੋ 1.5 ਸਾਲ ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲ ਗਿਆ ਇਹਨੂੰ। ਮੇਰੇ ਵੱਲੋਂ ਵੀ ਚਲੋ ਜਿੰਨਾ ਕੁ ਬੰਦਾ ਸਕਦਾ ਅਸੀਂ ਕੀਤਾ ਸੰਯੋਗ ਬਿਲਕੁਲ। ਬਾਕੀ ਟਾਈਮ ਥੋੜ੍ਹਾ ਵਾ ਕੰਮ ਜ਼ਿਆਦਾ ਆਪਣੇ ਕੋਲ ਅਤੇ ਇਹਦੇ ਕਰਕੇ। ਖੰਨਾ ਦੇ ਮੋਹਨਪੁਰ ਸਥਿਤ ਗ੍ਰੀਨ ਗਰੋਵ ਪਬਲਿਕ ਸਕੂਲ ਵਿੱਚ ਸਾਲਾਨਾ ਸਮਾਗਮ ਦੌਰਾਨ ਸਕੂਲ ਮੈਨੇਜਮੈਂਟ ਦੇ ਫਰਮਾਨ ਨੇ ਨਵਾਂ ਵਿਵਾਦ ਖੜਾ ਕਰ ਦਿੱਤਾ। ਸਕੂਲ ਪ੍ਰਿੰਸੀਪਲ ਵੱਲੋਂ ਸਾਲਾਨਾ ਸਮਾਗਮ ਵਿੱਚ ਬੱਚਿਆਂ ਦੇ ਦਾਦਾ ਦਾਦੀ ਦੀ ਐਂਟਰੀ ਉੱਪਰ ਪਾਬੰਦੀ ਲਗਾ ਦਿੱਤੀ ਗਈ। ਇਸ ਨੂੰ ਇੱਕ ਤਰ੍ਹਾਂ ਦਾ ਬਜ਼ੁਰਗਾਂ ਦਾ ਅਪਮਾਨ ਸਮਝਿਆ ਗਿਆ ਤੇ ਨਾਲ ਹੀ ਇਹ ਮਾਮਲਾ ਡੀਸੀ ਲੁਧਿਆਣਾ ਸ਼ਰੂਤੀ ਮਲਿਕ ਕੋਲ ਪੁੱਜ ਗਿਆ ਤੇ ਡੀਸੀ ਨੇ ਤੁਰੰਤ ਇਸ ਦੀ ਜਾਂਚ ਦੇ ਹੁਕਮ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਦਿੱਤੇ, ਜਿਸ ਮਗਰੋਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾਕਟਰ ਚਰਨਜੀਤ ਸਿੰਘ ਨੇ ਇਕੱਲਿਆਂ ਹੀ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੀ ਅਗਵਾਈ ਹੇਠ ਜਾਂਚ ਟੀਮ ਬਣਾਈ ਅਤੇ ਇਸ ਟੀਮ ਨੂੰ ਤੁਰੰਤ ਸੰਬੰਧਿਤ ਸਕੂਲ ਵਿੱਚ ਭੇਜਿਆ ਗਿਆ। ਟੀਮ ਵੱਲੋਂ ਸਕੂਲ ਦੇ ਪ੍ਰਿੰਸੀਪਲ ਅਤੇ ਹੋਰ ਸਟਾਫ ਦੇ ਬਿਆਨ ਲਏ ਗਏ, ਜਿਸ ਦੀ ਪੂਰੀ ਰਿਪੋਰਟ ਬਣਾਈ ਜਾ ਰਹੀ ਹੈ। ਟੈਲੀਫੋਨ ਸੰਦੇਸ਼ ਅਨੁਸਾਰ ਹੈ ਜਿਹੜੀ ਉੱਥੇ ਲਗਾਈ ਗਈ ਸੀਗੀ, ਉੱਥੇ ਕਿਸੇ ਨੇ ਇਹ ਸ਼ਿਕਾਇਤ ਕੀਤੀ ਸੀਗੀ ਵੀ ਵਿਦਿਆਰਥੀਆਂ ਦੇ ਦਾਦਾ ਦਾਦੀ ਨੂੰ ਜਿਹੜਾ ਰੋਜ਼ ਸਮਾਗਮ ਦੇ ਵਿੱਚ ਹਿੱਸਾ ਲੈਣ ਲਈ ਰੋਕਿਆ ਗਿਆ। ਉਹਨਾਂ ਨੇ ਕੋਈ ਸਰਕੂਲਰ ਇਸ਼ੂ ਕੀਤਾ ਸੀਗਾ, ਉਸ ਦੀ ਉਹ ਜਿਹੜੀ ਕਾਪੀ ਹੈ ਜ਼ਿਲ੍ਹਾ ਸਿੱਖਿਆ ਅਫਸਰ ਜੀ ਵੱਲੋਂ ਉਹ ਮੈਨੂੰ ਭੇਜੀ ਗਈ ਸੀਗੀ। ਇਸ ਸੰਬੰਧੀ ਅਸੀਂ ਆਪਣੀ ਟੀਮ ਲੈ ਕੇ ਮੈਂ ਨਾਲ ਹੀ ਗਿਆ ਸੀ। ਉਸ ਸੰਬੰਧੀ ਪ੍ਰਿੰਸੀਪਲ ਜਿਹੜੇ ਉੱਥੇ ਹੈਗੇ ਜਾਂ ਹੋਰ ਵੀ ਜਿਹੜੇ ਪ੍ਰਬੰਧਕ ਸੀਗੇ ਉਹਨਾਂ ਤੋਂ ਇਹ ਲਿਖਤੀ ਰੂਪ ਦੇ ਵਿੱਚ ਲਿਆ ਗਿਆ ਹੈ। ਉਹਨਾਂ ਨੇ ਇਹ ਕਿਹਾ ਹੈ ਵੀ ਅਸੀਂ ਦਾਦਾ ਦਾਦੀ ਨੂੰ ਨਹੀਂ ਰੋਕਿਆ ਗਿਆ, ਪਰ ਹੁਣ ਅਸੀਂ ਨਹੀਂ ਰੋਕਾਂਗੇ। ਪਹਿਲਾਂ ਸਰਕੂਲਰ ਹੈ ਜਿਹੜਾ ਇਹ ਇੱਦਾਂ ਦਾ ਜਾਰੀ ਹੋ ਗਿਆ ਸੀਗਾ, ਪਰ ਹੁਣ ਅਸੀਂ ਬਿਲਕੁਲ ਨਹੀਂ ਰੋਕਾਂਗੇ। ਅਸੀਂ ਇੱਕ ਕਾਰਡ 'ਤੇ 2 ਬੰਦੇ ਹੀ ਨੇ ਜਿਹੜੇ 2 ਪੇਰੈਂਟਸ ਉਹਨਾਂ ਨੂੰ ਹੀ ਅਲਾਓ ਕਰਾਂਗੇ। ਠੀਕ ਹੈ, ਹੋਰ ਨੌਜਵਾਨਾਂ ਦੀ ਜਿਹੜੀ ਭੀੜ ਹੈ ਜਿਹੜੀ ਉਹ ਨਹੀਂ
ਕਿਉਂਕਿ ਸਮਾਗਮ ਦੇ ਵਿੱਚ ਜਿਹੜਾ ਉਹ ਵਿਘਨ ਪੈਂਦਾ ਹੈ, ਵੀ ਉਸ ਕਰਕੇ ਨਹੀਂ ਅਲਾਉ ਕੀਤਾ ਜਾਂਦੇ। ਦਾਦਾ ਦਾਦੀ ਅਤੇ ਪੇਰੈਂਟਸ ਨੂੰ ਅਸੀਂ ਬਿਲਕੁਲ ਰੁਕਾਵਟ ਨਹੀਂ ਕਰਾਂਗੇ। ਇਸ ਸੰਬੰਧੀ ਅਸੀਂ ਨੋਟਿਸ ਬੋਰਡ ਹੈ ਜਿਹੜਾ ਉਹਦੇ ਤੇ ਲਗਾ ਵੀ ਦਿੱਤਾ ਹੈ ਵੀ ਦਾਦਾ ਦਾਦੀ ਆਰ ਮੋਸਟ ਰਿਸਪੈਕਟਡ ਐਂਡ ਵੈਲਕਮ ਹੇਅਰ। ਹੋਰ ਕੋਈ ਉਹਨਾਂ ਨੇ ਮੈਨੂੰ ਲਿਖਤੀ ਰੂਪ ਦੇ ਵਿੱਚ ਇਹ ਜਿਹੜਾ ਦੱਸਿਆ ਹੈ। ਦੇਖੋ ਇਹ ਉਹਨਾਂ ਨੇ ਅੱਜ ਜਿਹੜਾ ਉਹਨਾਂ ਦਾ ਫੈਸਲਾ ਹੈ, ਅੱਜ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਦਾਦਾ ਦਾਦੀ ਨੂੰ ਬਿਲਕੁਲ ਰੋਕਿਆ ਨਹੀਂ ਜਾਵੇਗਾ। ਹਾਂ, ਪਹਿਲਾਂ ਉਹਨਾਂ ਤੋਂ ਇਹ ਹੋ ਗਿਆ ਸੀਗਾ, ਪਹਿਲਾਂ ਉਹਨਾਂ ਨੇ ਲਿਖਿਆ ਸੀਗਾ ਵੀ ਹਾਂ ਸਾਡੇ ਵੱਲੋਂ ਇਹ, ਤਾਂ ਕਿ ਕਿਉਂਕਿ ਉਹਨਾਂ ਨੇ ਨਾਲ ਇਹ ਵੀ ਦੱਸਿਆ ਵੀ ਦਾਦਾ ਦਾਦੀ ਦਾ ਜਿਹੜਾ ਗ੍ਰੈਂਡ ਪੇਰੈਂਟਸ ਦਾ ਅਸੀਂ ਪਹਿਲਾਂ ਫੰਕਸ਼ਨ ਕਰ ਚੁੱਕੇ ਹਾਂ, ਵੀ ਇਸ ਕਰਕੇ ਦਾਦਾ ਦਾਦੀ ਨੂੰ ਨਹੀਂ ਅਲਾਉ ਕੀਤਾ ਸੀਗਾ। ਪੇਰੈਂਟਸ ਨੂੰ ਹੁਣ ਅਸੀਂ ਅਲਾਉ ਕੀਤਾ, ਪਰ ਹੁਣ ਅਸੀਂ ਦਾਦਾ ਦਾਦੀ ਨੂੰ ਵੀ ਅਲਾਉ ਕਰਾਂਗੇ। ਪਠਾਨਕੋਟ ਦੇ ਹਸਪਤਾਲ ਇੱਕ ਵਾਰੀ ਫਿਰ ਸੁਰਖੀਆਂ ਦੇ ਵਿੱਚ ਹੈ, ਕਿਉਂਕਿ ਅੱਜ ਡਾਕਟਰਾਂ ਦੀ ਅਣਦੇਖੀ ਕਾਰਨ ਗਰਭਵਤੀ ਔਰਤ ਦੀ ਪੇਟ ਵਿੱਚ ਬੱਚਾ ਮਰ ਗਿਆ ਤੇ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਹਸਪਤਾਲ ਵਿੱਚ ਸਹੀ ਇਲਾਜ ਨਹੀਂ ਹੋਇਆ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਤੇ ਔਰਤ ਨੇ ਲੇਬਰ ਰੂਮ ਦੇ ਫਰਸ਼ ਤੇ ਹੀ ਬੱਚੇ ਨੂੰ ਜਨਮ ਦਿੱਤਾ। ਜ਼ਿਕਰਯੋਗ ਹੈ ਕਿ ਹਿਮਾਚਲ ਤੋਂ ਇਹ ਔਰਤ ਡਿਲੀਵਰੀ ਕਰਵਾਉਣ ਲਈ ਆਈ ਸੀ। ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਲਿਖਤੀ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਜਾਂਚ ਕੀਤੀ ਜਾ ਰਹੀ है। नमस्कार जी, मेरा नाम नीलम। ਕੀ ਗੱਲਬਾਤ ਹੋਈ ਹੈ? सर बात ऐसी हुई कि हमारी जो बेटी थी उसका ट्रीटमेंट यहाँ से चल रहा था और जब जो डिलीवरी डेट दी थी यहाँ की दी हुई थी। जब हम बेटी को लेके आए सुबह 9 बजे पहुँच गए यहाँ पे, इन्होंने बोला कि बस आपकी जो डिलीवरी है वो नॉर्मल हो जाएगी। हमको 2-3 मिनट के बाद हम पूछ रहे थे, बार बार पूछ रहे थे इनको, बोले कि ठीक है आप बच्चे के कपड़े लाओ और बच्चा ठीक ठाक है। जब रात के हम इंतज़ार करने बैठे हुए थे वेटिंग रूम में, हम बार बार पूछ रहे थे, बार बार हमें यही जवाब आ रहा था। जब इनके बस से बाहर हुआ, बच्चे की हार्ट बीट इनके पेट में ख़त्म हो गया। जब हमने इनको पूछा कि जैसे कोई आपके बस की बात है, नहीं तो हम इसको आगे पीछे ले जाते, इन्होंने हमारे को कोई भी जवाब नहीं दिया। जब बच्चे की हार्ट बीट, बच्चा पेट में ख़त्म हो गया, तो इन्होंने हमें बोला कि आप ऐसे करो कि इसकी दर्दें ख़त्म हो गई हैं और ये दर्दें नहीं ले रही, आप आगे पीछे ले जाओ। हम रात के उस टाइम कहाँ ले जाते, हम क्या करते उस वक्त? हमारे पास तो कोई बस की बात नहीं थी, हमारे पास ऐसा कोई भी चारा नहीं था। हमने बेटी को उठाया और लड़की की इतनी बुरी हालत थी कि हम किसी को बता नहीं सकते, कोई भी हॉस्पिटल वाला उसको हाथ नहीं डाल रहा था। जब हम इनके बारे में बता रहे थे तो वो कोई भी हाथ नहीं डाल रहा था। फिर बस हो के हमें 2-3 हॉस्पिटलों के बाद कुमार हॉस्पिटल मिशन में हमें एडमिट किया। जब बेटा हुआ तो उन्होंने पहले बोला कि बच्चा तो ख़त्म हो चुका है पेट में। फिर भी हम कोशिश करते हैं, काफ़ी उनकी मदद कर, पैर मतलब कि पकड़ के हमने डॉक्टरों को बोला प्लीज़ हमारे बच्ची को तो बता लो, वो तो बच्चा तो ख़त्म हो गया हमारा बेटा और बच्ची को बचा लो। फिर हमने अपना खुद ही हमारे फैमिली ने ब्लड दिया और उस बेटी को वो इस वक्त जूझ रही है, अभी मतलब कि उसका नहीं पता कि वो बचेगी या नहीं बचेगी। तो हमारे साथ इतना बुरा हुआ, हमें मतलब कि न्याय मिलना चाहिए क्योंकि हम ਇਹ ਕੰਸਰਨਡ ਪਰਿਵਾਰ ਵੱਲੋਂ ਸਾਨੂੰ ਇੱਕ ਰਿਟਨ ਕੰਪਲੇਂਟ ਡਾਕਟਰ ਦੇ ਅਗੇਂਸਟ ਮਿਲ ਗਈ ਹੈਗੀ ਹੈ ਤੇ ਇਹਦੀ ਅਸੀਂ ਜਿਹੜਾ ਹੈਗਾ ਹੈ ਬੋਰਡ ਆਫ ਡਾਕਟਰਸ ਬਿਠਾ ਕੇ ਇਹਦੀ ਇਨਕੁਆਇਰੀ ਕਰਾਂਗੇ ਤੇ ਜੋ ਵੀ ਦੋਸ਼ੀ ਹੋਏਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੱਚੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੱਚੇ ਕਾਮਿਆਂ ਨਾਲ ਸੰਬੰਧਿਤ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਦੀਆਂ ਹੱਕੀ ਮੰਗਾਂ ਤੋਂ ਸਰਕਾਰ ਬਾਰ-ਬਾਰ ਮੁਨਕਰ ਹੋ ਰਹੀ ਹੈ, ਜਿਸ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀ ਸਿੰਘ ਭੱਟੀਆ ਜੀ, ਸੂਬਾ ਪ੍ਰਚਾਰ ਸਕੱਤਰ, ਜ਼ਿਲ੍ਹਾ ਪ੍ਰਧਾਨ, ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਲਿਸਟ ਨੰਬਰ 31 ਤੋਂ। ਵਿਧਾਇਕ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਇਹ ਜੀ ਸਾਡਾ ਲੰਮੇ ਸਮੇਂ ਤੋਂ ਅਸੀਂ ਕੱਚੇ ਮੁਲਾਜ਼ਮਾਂ ਜਿਹੜੇ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰਦੇ ਆ ਰਹੇ ਹਾਂ। ਇਹ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਸਰਕਾਰ ਸੱਤਾ ਦੇ ਵਿੱਚ ਆਊਗੀ ਪਹਿਲੀ ਕੈਬਨਿਟ ਦੇ ਵਿੱਚ ਅਸੀਂ ਤੁਹਾਨੂੰ ਪੱਕਾ ਕਰਾਂਗੇ, ਪਰ ਅੱਜ 8 ਮਹੀਨੇ ਬੀਤਣ ਦੇ ਬਾਵਜੂਦ ਸਰਕਾਰ ਨੇ ਸਾਡੇ ਨਾਲ ਇੱਕ ਮੀਟਿੰਗ ਕਰਨੀ ਵੀ ਜਿਹੜੀ ਮੁਨਾਸਬ ਨਹੀਂ ਸਮਝੀ ਤੇ ਅਸੀਂ ਜਿੰਨੀਆਂ ਸਾਡੀਆਂ ਮੀਟਿੰਗਾਂ ਮਿਲੀਆਂ ਸਾਨੂੰ ਸੰਘਰਸ਼ਾਂ ਦੇ ਦੌਰਾਨ ਅਸੀਂ ਸੰਘਰਸ਼ ਕਰਕੇ ਮੀਟਿੰਗਾਂ ਲਈਆਂ, ਉਹ ਮੀਟਿੰਗਾਂ ਕਰਨ ਤੋਂ ਵੀ ਸੀਐਮ ਭਗਵੰਤ ਮਾਨ ਭੱਜਿਆ। ਫਿਰ ਇਹੋ ਜੀ ਸਰਕਾਰ ਤੇ ਅਸੀਂ ਵਿਸ਼ਵਾਸ ਨਹੀਂ ਕਰਦੇ। ਸਾਨੂੰ 2 ਦਿਨ ਅਸੀਂ 15 ਤੇ 16 ਨੂੰ ਸਮੂਹਿਕ ਛੁੱਟੀ ਲੈ ਕੇ ਆਪਣਾ ਸੰਘਰਸ਼ ਕੀਤਾ ਸੀ। ਉਸ ਦੌਰਾਨ ਸਾਨੂੰ 18 ਤਰੀਕ ਦੀ ਮੀਟਿੰਗ ਮਿਲੀ ਸੀ, ਪਰ ਉਹ ਮੀਟਿੰਗ ਕਰਨ ਤੋਂ ਵੀ ਸੀਐਮ ਭਗਵੰਤ ਮਾਨ ਭੱਜਿਆ। ਉਹਦੇ ਰੋਸ ਵਜੋਂ ਅਸੀਂ ਅੱਜ ਇਹ ਵਿਧਾਇਕ ਦੇ ਬਾਹਰ 'ਚ ਅਸੀਂ ਪਿੱਟ ਸਿਆਪਾ ਕਰਕੇ ਅਰਥੀ ਫੂਕਣ ਦਾ ਪ੍ਰੋਗਰਾਮ। ਕਿੰਨਾ ਸਮਾਂ ਹੋ ਗਿਆ ਪ੍ਰਦਰਸ਼ਨ? ਸਾਨੂੰ ਸਰ ਤਕਰੀਬਨ 10-15 ਸਾਲ ਤੋਂ ਅਸੀਂ ਜਿਹੜੇ ਕੱਚੇ ਮੁਲਾਜ਼ਮ ਮਹਿਕਮੇ ਦੇ ਵਿੱਚ ਕੰਮ ਕਰਦੇ ਆ ਰਹੇ ਹਾਂ, ਉਸੇ ਟਾਈਮ ਤੋਂ ਹੀ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ। ਪਿਛਲੀਆਂ ਸਰਕਾਰਾਂ ਵਿੱਚ ਕੋਈ ਮੰਗ ਮੰਨੀ ਗਈ ਜਾਂ ਕਿਸ ਤਰ੍ਹਾਂ? ਨਹੀਂ ਸਰ, ਕਿਸੇ ਸਰਕਾਰ ਨੇ ਵਾਅਦੇ ਜ਼ਰੂਰ ਕੀਤੇ ਸਾਡੇ ਨਾਲ। ਜਦੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਰਕਾਰਾਂ ਵਾਅਦੇ ਕਰਦੀਆਂ ਕਿ ਵੀ ਅਸੀਂ ਤੁਹਾਨੂੰ ਪੱਕਾ ਕਰਾਂਗੇ, ਪਰ ਵੋਟਾਂ ਲੈ ਕੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਜਾਂਦਾ। ਉਸੇ ਤਰ੍ਹਾਂ ਸਾਨੂੰ 10-15 ਸਾਲ ਹੋ ਗਏ ਇਸੇ ਤਰ੍ਹਾਂ ਅਸੀਂ ਨਿੱਜੀਕਰਨ ਦੀ ਨੀਤੀ ਦੇ ਵਿੱਚ ਘੱਟ ਤਨਖਾਹਾਂ ਦੀ ਚੱਕੀ ਦੇ ਵਿੱਚ ਪੈਸਦਿਆਂ ਨੂੰ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ, ਜੇਕਰ ਸਾਡੀਆਂ ਮੰਗਾਂ ਦਾ ਮਸਲਿਆਂ ਦਾ ਹੱਲ ਨਾ ਕੀਤਾ ਗਿਆ
ਕੱਚੇ ਮੁਲਾਜ਼ਮਾਂ ਨੂੰ ਮਹਿਕਮੇ ਦੇ ਵਿੱਚ ਨਾ ਪੱਕਾ ਕੀਤਾ ਗਿਆ, ਆਊਟਸੋਰਸ ਦੀ ਇਨਵੈਸਟਮੈਂਟ ਦੀ ਨੀਤੀ ਨਾ ਰੱਦ ਕੀਤੀ ਗਈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ਾਂ ਨੂੰ ਹੋਰ ਤਿੱਖਾ ਕਰਾਂਗੇ ਤੇ ਆਪਣੀਆਂ ਮੰਗਾਂ ਦਾ ਹੱਲ ਕਰਾ ਕੇ ਓਕੇ। ਭਾਈ ਮਨਜਿੰਦਰ ਸਿੰਘ ਆ, ਮੈਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦਾ ਸਬ ਡਿਵੀਜ਼ਨ ਪੱਧਰ ਦੇ ਆਗੂ ਆ। ਕੀ ਕਹਿਣਾ ਚਾਹੋਗੇ ਅੱਜ ਵਿਧਾਇਕ ਦੀ ਕੋਠੀ ਦਾ ਘਰਾਓ ਕੀਤਾ ਗਿਆ? ਵਿਧਾਇਕਾਂ ਦੀਆਂ ਕੋਠੀਆਂ ਦਾ ਘਰਾਓ ਕਰਨ ਦਾ ਕੋਈ ਸਾਨੂੰ ਜੀ ਸ਼ੌਂਕ ਨਹੀਂਗਾ, ਪਰ ਜਿਹੜੀ ਪੰਜਾਬ ਸਰਕਾਰ ਆ ਇਹਨੇ ਸੱਤਾ ਤੋਂ ਆਉਣ ਤੋਂ ਪਹਿਲਾਂ ਜਿਹੜਾ ਇਹ ਸਾਡੇ ਨਾਲ ਵਾਅਦੇ ਕੀਤੇ ਸੀਗੇ, ਜਿਹੜਾ ਹਰਾ ਪੈਨ ਆ ਆਊਟਸੋਰਸ ਇਨਵੈਸਟਮੈਂਟ ਜਿਹੜੇ ਠੇਕਾ ਕੰਮ ਆ ਉਹਨਾਂ ਨੂੰ ਪੱਕਾ ਕਰਨ ਵਾਸਤੇ ਚਲਾਇਆ ਜਾਊਗਾ, ਪਰ ਸੱਤਾ 'ਚ ਆਉਣ ਤੋਂ ਬਾਅਦ ਸਰਕਾਰ ਨੇ ਜਿਹੜੀ ਕੋਈ ਸਾਡੀ ਸਾਰ ਨਹੀਂ ਲਈ ਤੇ ਵਾਰ-ਵਾਰ ਸਾਨੂੰ ਜਿਹੜੀ ਮੀਟਿੰਗਾਂ ਦੇ ਕੇ ਸਰਕਾਰ ਭਜਦੀ ਰਹੀ ਆ। ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਦੀ ਤਾਂ ਸਾਨੂੰ 6ਵੀਂ ਵਾਰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਲਿਖਤੀ ਮੀਟਿੰਗ ਜਿਹੜਾ ਦੇ ਕੇ ਮੀਟਿੰਗ ਕਰ ਤੋਂ ਭੱਜਿਆ ਉਹ, ਤੇ ਇਸ ਦੇ ਵਿਰੋਧ 'ਚ ਜਿਹੜੇ ਕੈਬਨਿਟ ਮੰਤਰੀ ਆ ਪੰਜਾਬ ਦੇ MLA ਉਹਨਾਂ ਦੇ ਅਸੀਂ 12 'ਚ ਜਿਹੜੇ ਆਰਥੀ ਬੂਕ ਜਿਹੜੇ ਮੁਜ਼ਾਹਰੇ ਉਹ ਕਰ ਰਹੇ ਆ। ਤੇ ਇਹ ਜਿਹੜੇ ਸੰਘਰਸ਼ ਆ ਜੇਕਰ ਸਰਕਾਰ ਸਾਡੀ ਗੱਲ ਨਹੀਂ ਸੁਣਦੀ, ਆਊਟਸੋਰਸ ਇਨਵੈਸਟਮੈਂਟ ਠੇਕਾ ਕੰਮ ਜੇਕਰ ਸਰਕਾਰ ਪੱਕੇ ਨਹੀਂ ਕਰਦੀ ਤਾਂ ਜਿਹੜੇ ਸੰਘਰਸ਼ ਸਾਡੇ ਹੋਰ ਵੀ ਅੱਗੇ ਤੋਂ ਜਿਹੜੇ ਹੋਰ ਤੇਜ਼ ਹੋਣਗੇ। ਇਹ ਸੰਘਰਸ਼ ਇਸੇ ਤਰ੍ਹਾਂ ਜਿਹੜੇ ਹੋਰ ਅਸੀਂ ਜ਼ਿਆਦਾ ਤੇਜ਼ ਕਰਾਂਗੇ। ਅੱਜ ਪੰਜਾਬ ਦੇ DGP ਪੰਜਾਬ ਸ਼੍ਰੀ ਗੌਰਵ ਯਾਦਵ ਤਰਨਤਾਰਨ ਹਲਕੇ ਵਿੱਚ ਆਏ, ਜਿੱਥੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਹਨਾਂ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਸੁਧਰ ਜਾਣ। DGP ਪੰਜਾਬ ਨੇ ਕਿਹਾ ਕਿ ਪੁਲਿਸ ਪੂਰੀ ਤਰ੍ਹਾਂ ਨਾਲ ਮੁਸ਼ਤੈਦ ਹੈ ਅਤੇ ਸਾਰੇ ਪੰਜਾਬ ਵਿੱਚ ਸਰਚ ਅਭਿਆਨ ਚਲਾਏ ਜਾ ਰਹੇ ਨੇ, ਤਸਕਰਾਂ ਦੀ ਫੜੋਫੜੀ ਜਾਰੀ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਨੂੰ ਪੰਜਾਬ ਲਿਆਂਦਾ ਜਾਵੇਗਾ। ਸਾਡਾ ਬੜਾ ਪੋਜ਼ਿਟਿਵ ਸਾਡਾ ਲੋਕਾਂ ਨੂੰ ਮੈਸੇਜ ਹੈ। ਇਨਫੈਕਟ ਪੰਜਾਬ ਗਵਰਨਮੈਂਟ ਦਾ ਫੈਸਲਾ ਵੀ ਹੈਗਾ, CM ਸਾਹਿਬ ਨੇ ਫੈਸਲਾ ਕੀਤਾ ਹੈ ਕਿ ਪੁਲਿਸ ਦੀ ਭਰਤੀ ਐਨੂਅਲ ਕਰਤੀ ਹੈ ਜੀ। ਜਿਵੇਂ ਪਹਿਲੇ 5 ਸਾਲਾਂ ਬਾਅਦ ਵੈਕੈਂਸੀਆਂ ਨਿਕਲਦੀਆਂ ਸੀ ਤਾਂ ਤਕਰੀਬਨ ਸਾਡੀ 1000-1200 ਪੋਸਟਾਂ ਹਰ ਸਾਲ ਐਡਵਰਟਾਈਜ਼ ਹੋਣਗੀ। ਸੋ ਬੱਚਿਆਂ ਨੂੰ ਅਸੀਂ ਕਹਾਂਗੇ ਕਿ ਤੁਸੀਂ ਤਿਆਰੀ ਕਰੋ, ਮੋਟੀਵੇਟ ਹੋ ਤੇ ਪੁਲਿਸ ਦੀ ਰਿਕਰੂਟਮੈਂਟ ਵਿੱਚ ਆਓ। ਉਸੇ ਤਰੀਕੇ ਨਾਲ ਫੌਜ ਦੀ ਰਿਕਰੂਟਮੈਂਟ ਹੈਗੀ, ਐਮਪਲੋਇਮੈਂਟ ਅਪਰਚੁਨਿਟੀਜ਼ ਵਧ ਰਹੀ ਹੈ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਹਟ ਕੇ ਐਮਪਲੋਇਮੈਂਟ ਵਾਲੇ ਪਾਸੇ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਜੀ, ਕਿਉਂਕਿ ਅਲਟੀਮੇਟਲੀ ਦੇਖੋ ਜਿਹੜਾ ਗੈਂਗਸਟਰ ਹੈਗਾ, ਹਰ ਗੈਂਗਸਟਰ ਦਾ ਹਸ਼ਰ ਮਾੜਾ ਹੁੰਦਾ ਹੈ। ਸੋ ਇੱਕ ਹੋਰ ਸਾਡੀ ਅਪੀਲ ਹੈ ਕਿ ਜਿਸ ਦਾ ਕੋਈ ਮਾਈਨਰ ਇਨਵੋਲਵਮੈਂਟ ਹੈ, ਮਤਲਬ ਮੈਂ ਇਸ ਪਲੇਟਫਾਰਮ ਤੋਂ ਪਹਿਲੀ ਵਾਰ ਕਹਿ ਰਿਹਾ, ਅਸੀਂ ਪੋਜ਼ਿਟਿਵ ਵਿਊ ਨਾਲ ਜਿਨ੍ਹਾਂ ਨੇ ਐਕਚੁਅਲ ਕ੍ਰਾਈਮ ਨਹੀਂ ਕੀਤਾ ਹੈਗਾ, ਜਿਹੜੇ ਇਨਵੋਲਵ ਹੋ ਗਏ, ਉਹ ਰਿਫਾਰਮ ਹੋਣ ਜੀ। ਤੇ ਅਸੀਂ ਇਨਵਾਈਟ ਕਰਾਂਗੇ, ਅਸੀਂ ਰਿਫਾਰਮ ਕਰਾਂਗੇ ਤੇ ਬੱਚਿਆਂ ਨੂੰ ਵਾਪਸ ਮੁੱਖ ਧਾਰਾ ਤੋਂ ਜੋੜਨਾ ਚਾਹੀਦਾ। ਬਾਰਡਰ ਏਰੀਆ ਹੋਣ ਕਰਕੇ ਪੁਲਿਸ ਕਰਮੀਆਂ ਦੀ ਜਿਹੜੀ ਬਹੁਤ ਘਾਟ ਆ, ਥਾਣਿਆਂ ਦੇ ਵਿੱਚ ਜਿਹੜੇ ਪੁਲਿਸ ਕਰਮੀ ਪੂਰੇ ਨਹੀਂ ਪਾਏ ਜਾ ਰਹੇ, ਕਿਤੇ VIP ਡਿਊਟੀ ਪੈ ਜਾਂਦੀ ਹੈ, ਪਰ ਲੋਕਾਂ ਨੂੰ ਜਿਹੜੀ ਸਾਡੀ ਹੁਣੇ ਜੀ 10,000 ਦੀ ਰਿਕਰੂਟਮੈਂਟ ਕੰਪਲੀਟ ਹੋ ਜਾਊਗੀ ਤੇ ਥਾਣਾ ਦੀ ਸ਼ਾਰਟੇਜ ਪੂਰੀ ਹੋ ਜਾਊਗੀ। ਤਰਨਤਾਰਨ ਜ਼ਿਲ੍ਹੇ ਨੂੰ ਕਿੰਨੇ ਮਿਲ ਰਿਹਾ ਜੀ? ਉਹ ਜਿੰਨੀ ਵੈਕੈਂਸੀ ਪੋਜੀਸ਼ਨ ਦੇ ਮੁਤਾਬਿਕ। ਹਰਵਿੰਦਰ ਸਿੰਘ ਰਿੰਦਾ ਤੇ ਹੈਪੀ ਸਿੰਘ ਜਿਹੜਾ ਦੀ ਕੀ ਇਨਫੋਰਮੇਸ਼ਨ ਹੈ ਕਿ ਉਹ ਮਾਰੇ ਗਏ ਨੇ ਜਾਂ ਹੈਗੇ ਆ ਪੰਜਾਬ ਪੁਲਿਸ ਦੀ? ਦੇਖੋ ਜੀ, ਆਫੀਸ਼ੀਅਲੀ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ ਕਿਉਂਕਿ ਇਹ ਸਬਜੈਕਟ, ਪਰ ਅਦਰਵਾਈਜ਼ ਮੀਡੀਆ ਦੇ ਵਿੱਚ ਕਾਫੀ ਆ ਰਿਹਾ ਹੈਗਾ। ਵਿਦੇਸ਼ਾਂ ਦੇ ਵਿੱਚ ਬੈਠੇ ਨੇ ਗੈਂਗਸਟਰ, ਉਹਨਾਂ ਨੂੰ ਲਿਆਉਣ ਲਈ ਕੀ ਉਪਰਾਲੇ ਕੀਤੇ ਜਾ ਰਹੇ ਆ? ਅਸੀਂ ਜਿਵੇਂ ਕਈ ਗੈਂਗਸਟਰਸ ਜਿਹੜੇ ਹੈਗੇ ਉਹਨਾਂ ਦੇ ਰੈੱਡ ਕਾਰਨਰ ਨੋਟਿਸ ਓਪਨ ਹੋ ਚੁੱਕੇ ਹੈ। ਅਸੀਂ ਇੰਟਰਪੋਲ ਨਾਲ, ਗਵਰਨਮੈਂਟ ਆਫ ਇੰਡੀਆ ਨਾਲ ਲਾਇਜ਼ਨ ਕਰਕੇ ਸਾਡੀ ਕੋਸ਼ਿਸ਼ ਹੈਗੀ ਕਿ ਛੇਤੀ ਤੋਂ ਛੇਤੀ ਇਹਨਾਂ ਨੂੰ ਲੈ ਕੇ ਆਵਾਂਗੇ। ਸਰ ਜਿਹੜਾ ਥਾਣਾ ਸਿਟੀ ਤਰਨਤਾਰਨ ਪੁਲਿਸ ਨੇ ਪੁਲਿਸ ਦੇ ਨਾਮ ਤੇ ਪੈਸੇ ਲੈ ਕੇ ਕੇਸ ਵਿੱਚੋਂ ਬਾਹਰ ਕਢਵਾਉਣ ਦੇ ਨਾਂ ਤੇ ਠੱਗੀ ਮਾਰਨ ਵਾਲੀ ਔਰਤ ਨੂੰ ਕੀਤਾ ਕਾਬੂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ SHO ਇੰਸਪੈਕਟਰ ਪਰਮਜੀਤ ਸਿੰਘ ਬਿਰਦੀ ਨੇ ਦੱਸਿਆ ਕਿ ਹਰਵਿੰਦਰ ਕੌਰ ਅਤੇ ਰਾਜਵਿੰਦਰ ਕੌਰ ਉਰਫ ਰਾਜੂ, ਜਿਨ੍ਹਾਂ ਵੱਲੋਂ ਇੱਕ ਗਿਰੋਹ ਬਣਾਇਆ ਹੋਇਆ ਸੀ ਅਤੇ ਇਹ ਗਿਰੋਹ ਉਹਨਾਂ ਵਿਅਕਤੀਆਂ ਨਾਲ ਠੱਗੀ ਮਾਰਦਾ ਸੀ ਜਿਨ੍ਹਾਂ ਤੇ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਜਾਂਦੇ ਸਨ ਅਤੇ ਇਹ ਦੋਵੇਂ ਜਾਣੇ ਉਹਨਾਂ ਨੂੰ ਇਹ ਕਹਿ ਕੇ ਠੱਗੀ ਮਾਰਦੇ ਸਨ ਕਿ ਉਹਨਾਂ ਨੂੰ ਪੁਲਿਸ ਦੇ ਅਫਸਰਾਂ ਦੀ ਚੁੰਗਲ ਵਿੱਚੋਂ ਛੁਡਵਾ ਦੇਵੇਗੀ। ਜੀ ਇਹ ਦੋ ਜਣਿਆਂ ਨੇ ਇਹਨਾਂ ਨੇ ਗਰੋਹ ਇੱਕ ਬਣਾਇਆ ਹੈ, ਹਰਵਿੰਦਰ ਕੌਰ ਹੈ ਤੇ ਇਹਦੇ ਨਾਲ ਇੱਕ ਰਾਜਵੀਰ ਰਾਜੂ ਆ, ਉਹ ਵਕੀਲ ਸਾਹਿਬ ਨੇ ਤਰਨਤਾਰਨ ਲੱਗੇ, ਉਹਨਾਂ ਦਾ ਮੁਨਸ਼ੀ ਆ। ਇਹ ਦੋਨੋਂ ਰਲ ਕੇ ਜਿਹੜੇ ਆ ਪੁਲਿਸ ਦੇ ਨਾਂ ਦੇ ਉੱਤੇ, ਪੁਲਿਸ ਦੇ ਅਫਸਰਾਂ ਦੇ ਨਾਂ ਦੇ ਉੱਤੇ ਦੋਸ਼ੀਆਂ ਦੇ ਕੋਲੋਂ ਪੈਸੇ ਲੈ ਕੇ ਪਰਚੇ ਚੋਂ ਕਢਾਉਣ ਦੇ ਸੰਬੰਧ ਦੇ ਵਿੱਚ ਪੈਸੇ ਲੈ ਕੇ ਤੇ ਠੱਗੀ ਮਾਰਦੇ ਨੇ। ਇਹਨਾਂ ਇੱਥੋਂ ਵੀ ਇੱਕ ਅਸੀਂ ਪਰਚਾ ਦਿੱਤਾ ਸੀਗਾ NDPS ਐਕਟ ਦਾ ਰਾਜਨ ਜੈਨ ਦੇ ਖਿਲਾਫ। ਇਹਨਾਂ ਉਹਦੀ ਮਾਤਾ ਨੂੰ ਜਾ ਕੇ ਕਿਹਾ ਵੀ ਮੈਂ ਮੁੰਡੇ ਤੁਹਾਡੇ ਨੂੰ ਮੁਕੱਦਮੇ ਦੇ ਵਿੱਚੋਂ ਕਢਾ ਦਿੰਦੀ ਆ ਤੇ ਤੁਸੀਂ ਮੈਨੂੰ 60,000 ਰੁਪਈਆ ਦੇ ਦਿਓ। ਉਹ ਗਰੀਬ, ਉਹਨੇ ਕਿਹਾ ਮੇਰੇ ਕੋਲ 60,000 ਤੇ ਨਹੀਂ ਗਾ। ਉਹਨੇ 45,000 ਰੁਪਈਆ ਇਹਨੂੰ ਦਿੱਤਾ। ਇਹ ਉਹ ਕੋ ਠੱਗੀ ਮਾਰ ਕੇ ਪੁਲਿਸ ਦੇ ਨਾਂ ਤੇ 45,000 ਰੁਪਈਆ ਲੈ ਗਏ ਆ ਤੇ ਉਹ ਬੰਦੇ ਦਾ ਮੁੜ ਕੇ ਉਹਨਾਂ ਦਾ ਇਹਨੇ ਫੋਨ ਵੀ ਨਹੀਂ ਚੁੱਕਿਆ। ਤੇ ਜਦੋਂ ਇਹ ਮਾਮਲਾ ਜਿਹੜਾ DSP ਸਾਹਿਬ ਕੋ ਆਇਆ, ਉਹਦੇ ਰਾਜਨ ਦੀ ਮਾਤਾ ਨੇ ਡਿਪਟੀ ਸਾਹਿਬ ਨੂੰ ਦਰਖਾਸਤ ਦਿੱਤੀ। ਉਹਦੇ ਆਧਾਰ ਤੇ ਉੱਤੇ ਜਿਹੜਾ ASA ਕੁਲਬੀਰ ਸਿੰਘ ਵੱਲੋਂ ਇਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਕੱਲ੍ਹ ਇਹਨੂੰ ਜਿਹੜਾ ਹਸਬ ਜ਼ਾਬਤਾ ਮੁਕੱਦਮੇ 'ਚ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਇਹਨੂੰ ਪੇਸ਼ ਅਦਾਲਤ ਕਰਕੇ ਇਹਦਾ ਰਿਮਾਂਡ ਲੈ ਕੇ ਇਹਨੇ ਹੋਰ ਕੀ ਕੰਮ ਕੀਤੇ ਨੇ, ਹੋਰ ਕਿੱਥੇ ਠੱਗੀਆਂ ਮਾਰੀਆਂ, ਉਹਨਾਂ ਬਾਰੇ ਮਜ਼ੀਦ ਪੁੱਛਗਿੱਛ ਕੀਤੀ ਜਾਊਗੀ।
ਬੀਤੇ ਦਿਨੀ ਆਸਟ੍ਰੇਲੀਆ ਵਿੱਚ ਪੈਨ ਪੈਸੀਫਿਕ ਮਾਸਟਰਸ ਗੇਮਸ 2022 ਦਾ ਆਯੋਜਨ ਕੀਤਾ ਹੋਇਆ ਹੈ ਤਾਂ ਇਹਨਾਂ ਖੇਡਾਂ ਵਿੱਚ ਪੰਜਾਬ ਪੁਲਿਸ ਵੱਲੋਂ ਵੀ ਦੇਸ਼ ਦੀ ਨੁਮਾਇੰਦਗੀ ਕੀਤੀ ਗਈ ਸੀ, ਜਿਸ ਦੇ ਚੱਲਦਿਆਂ ਖੇਡਾਂ ਵਿੱਚ ਭਾਰਤ ਵੱਲੋਂ ਲਏ ਗਏ ਬਟਾਲਾ ਦੀ ਆਬਕਾਰੀ ਪੁਲਿਸ ਵਿੱਚ ਤੈਨਾਤ ਏਐਸਆਈ ਜਸਪਿੰਦਰ ਸਿੰਘ ਅਤੇ ਮਹਿਲਾ ਹੈੱਡ ਕਾਂਸਟੇਬਲ ਸਰਬਜੀਤ ਕੌਰ ਨੇ ਵੱਖ-ਵੱਖ ਖੇਡਾਂ ਵਿੱਚ ਆਪਣਾ ਚੰਗਾ ਪ੍ਰਦਰਸ਼ਨ ਕੀਤਾ ਤੇ ਪੰਜਾਬ ਪੁਲਿਸ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਅਸੀਂ ਪਿਛਲੇ ਦੌਰਾਨ ਵਰਲਡ ਪੁਲਿਸ 'ਚੋਂ 골ਡ ਮੈਡਲ ਲੈ ਕੇ ਆਏ ਹਾਂ। ਹੁਣ ਆਸਟ੍ਰੇਲੀਆ ਦੇ ਵਿੱਚ ਹੋਈਆਂ ਪੈਨਪਿਕਸ ਗੇਮਸ ਵਰਲਡ ਪੈਨਪਿਕਸ ਗੇਮਸ ਹੋਈਆਂ ਨੇ ਅਤੇ ਉਹਦੇ ਵਿੱਚੋਂ ਵੀ ਮੈਂ 100 ਮੀਟਰ ਦੇ ਵਿੱਚੋਂ ਅਤੇ 100 ਮੀਟਰ ਹਰਡਲ ਦੇ ਵਿੱਚੋਂ 골ਡ ਮੈਡਲ ਲੈ ਕੇ ਆਇਆ। ਕਿੰਨੀ ਦੇਰ ਤੋਂ ਤੁਸੀਂ ਇਸ ਗੇਮ ਨਾਲ ਜੁੜੇ ਹੋਏ? ਮੈਂ ਐਕਚੁਅਲੀ ਸਪੋਰਟਸ ਕੋਟੇ 'ਚ ਹੀ ਭਰਤੀ ਸੀਗਾ ਜੀ ਪਹਿਲਾਂ, ਅਤੇ ਮੁੜ ਕੇ ਉਸ ਤੋਂ ਬਾਅਦ ਮੈਂ ਜਨਰਲ ਐਜ ਏ ਕੋਚ ਰਿਹਾ ਹਾਂ। ਕੋਚ ਤੋਂ ਬਾਅਦ ਮੈਂ ਹੁਣ ਇੱਥੇ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਜੋਬ ਕਰ ਰਿਹਾ। ਮੇਰਾ ਨਾਮ ਸਰਬਜੀਤ ਕੌਰ ਹੈ। ਮੈਂ ਐਜ਼ ਏ ਕਾਂਸਟੇਬਲ ਪੁਲਿਸ ਡਿਪਾਰਟਮੈਂਟ ਦੇ ਵਿੱਚ ਜੋਬ ਕਰ ਰਹੀ ਹਾਂ। ਕਿਹੜੀ ਗੇਮ ਤੋਂ ਕੋਈ ਮੈਡਲ ਮਿਲੇ? ਕਿਹੜੀ ਗੇਮ? ਮੈਂ ਗੋਲਡ ਕੋਸਟ ਆਸਟ੍ਰੇਲੀਆ ਦੇ ਵਿੱਚ ਜਿਹੜੀ ਪੈਨ ਪੈਸੀਫਿਕ ਵਰਲਡ ਮਾਸਟਰ ਗੇਮ ਹੋਈਆਂ ਆ ਉਹਨਾਂ ਦੇ ਵਿੱਚ ਸ਼ਾਰਟ ਪੁੱਟ ਦੇ ਵਿੱਚ ਮੇਰਾ 골ਡ ਮੈਡਲ ਹਾਸਲ ਕੀਤਾ ਮੈਂ। ਇਸ ਤੋਂ ਪਹਿਲਾਂ ਤੁਸੀਂ ਕਿੱਥੇ ਖੇਡੇ ਹੋ? ਤੇ ਇਸ ਤੋਂ ਪਹਿਲਾਂ ਮੈਂ ਵਰਲਡ ਪੁਲਿਸ ਗੇਮ ਜਿਹੜੀਆਂ ਕਿ ਨੀਦਰਲੈਂਡ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਹੋਈਆਂ ਸੀਗੀਆਂ, ਉਹਦੇ ਵਿੱਚ ਮੈਂ ਸ਼ਾਰਟ ਪੁੱਟ ਦੇ ਵਿੱਚ 골ਡ ਤੇ ਡਿਸਕਸ ਦੇ ਵਿੱਚੋਂ ਜਿਹੜਾ ਸੈਕਿੰਡ ਸਿਲਵਰ ਮੈਡਲ ਹਾਸਲ ਕੀਤਾ ਸੀਗਾ। ਇਸ ਤੋਂ ਪਹਿਲਾਂ ਮੈਂ ਵੱਖ-ਵੱਖ ਆਪਣੀਆਂ ਸਟੇਟ ਗੇਮ, ਨੈਸ਼ਨਲ ਗੇਮ ਜਿਹੜੀਆਂ ਕਿ ਇੰਡੀਆ ਦੇ ਵਿੱਚ ਹੀ ਹੁੰਦੀਆਂ ਸੀਗੀਆਂ, ਉਹਨਾਂ ਦੇ ਵਿੱਚ ਕਾਫੀ ਮੈਡਲ ਪ੍ਰਾਪਤ ਕਰ ਚੁੱਕੀ। ਬੀਤੀ ਰਾਤ ਮੋਗਾ ਦੇ ਚੱਕੀ ਵਾਲੀ ਗਲੀ ਵਿੱਚ ਇੱਕ ਨਸ਼ੇੜੀ ਪਤੀ ਨੇ ਆਪਣੀ ਪਤਨੀ ਦੇ ਸਿਰ ਉੱਪਰ ਤਵਾ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪਰਿਵਾਰ ਮੁਤਾਬਕ ਕਾਤਲ ਕਰਨ ਵਾਲਾ ਪਤੀ ਪਰਮਜੀਤ ਸਿੰਘ ਨਸ਼ੇ ਕਰਨ ਦਾ ਆਦੀ ਸੀ ਤੇ ਅਕਸਰ ਘਰ ਵਿੱਚ ਝਗੜਾ ਕਰਦਾ ਸੀ, ਪਰ ਅੱਜ ਉਸਨੇ ਸਿਰ ਵਿੱਚ ਤਵਾ ਮਾਰ ਕੇ ਕਤਲ ਕਰ ਦਿੱਤਾ। ਬਾਹਰ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕੀ ਨਾਂ ਹੈ ਤੁਹਾਡਾ? ਮਨਜੀਤ ਕੌਰ। ਤੁਹਾਡੀ ਕੁੜੀ ਨਾਲ ਕੀ ਹੋਇਆ ਅੱਜ? ਅਸੀਂ ਤਾਂ ਭਰਾਵਾ ਹੈ ਹੀ ਨਹੀਂ ਸੀ ਘਰੇ। ਤੁਸੀਂ ਆ ਕੇ ਦੇਖਿਆ ਕੀ ਹੋਇਆ? ਉਦੋਂ ਤਾਂ ਪੁਲਿਸ ਲੈ ਚੱਲੀ ਸੀ ਕਿ ਜਦੋਂ ਅਸੀਂ ਆਏ ਘਰੇ ਤਾਂ ਕੋਈ ਵੀ ਨਹੀਂ ਸੀਗਾ। ਜਵਾਕ ਅਨੰਦਪੁਰ ਸਾਹਿਬ ਗਿਆ ਸੀਗਾ, ਉਹ ਡੈਰੀ ਤੇ ਗਿਆ ਸੀ। ਤੁਹਾਡੇ ਕੀ ਲੱਗਦੇ ਸੀਗੇ ਜਿਨ੍ਹਾਂ ਦੀ ਮੌਤ ਹੋਈ ਆ? ਮੇਰੀ ਨੂੰਹ ਸੀ ਵੱਡੀ। ਕਿਹਦੇ ਵੱਲੋਂ ਮਾਰਿਆ ਗਿਆ ਉਹਨਾਂ ਨੂੰ? ਉਹਦੇ ਘਰ ਵਾਲਿਆਂ ਨੂੰ। ਕਿਵੇਂ ਕਿਉਂ ਮਾਰਿਆ ਗਿਆ? ਕੋਈ ਨਸ਼ਾ ਨੁਸ਼ਾ ਕਰਦੇ ਸੀ ਕਿੱਦਾਂ? ਪਹਿਲਾਂ ਵੀ ਕੋਈ ਲੜਾਈ ਝਗੜਾ ਹੁੰਦਾ ਸੀ? ਨਾ ਕਦੀ ਚਪੇੜ ਨਹੀਂ ਮਾਰੀ ਸੀ। ਮੈਨੂੰ ਕਹਿੰਦਾ ਕਿ ਜਨਾਨੀ ਨੂੰ ਕੁੱਟਣਾ ਕਾਹਦਾ, ਕਹਿੰਦਾ ਉਹ ਗਲਤ ਬੰਦੇ ਜਿਹੜੇ ਜਨਾਨੀ ਨੂੰ ਕੁੱਟਦੇ, ਕਹਿੰਦਾ ਮੈਂ ਤਾਂ ਚਪੇੜ ਮਾਰ ਕੇ ਨਹੀਂ ਵੇਖੀ। ਮਿੰਟ ਨਹੀਂ ਸੀ ਬਚਦਾ। ਦਾਰੂ ਪੀਤੀ ਸੀ, ਗੋਲੀਆਂ ਖਾਂਦਾ। ਨਸ਼ਾ ਕਰਦਾ ਸੀ ਕੋਈ? ਕੀ ਨਸ਼ਾ ਕਰਦਾ ਸੀ? ਸ਼ਰਾਬ ਪੀਂਦਾ, ਗੋਲੀਆਂ ਵੀ ਖਾਂਦਾ। ਤੇ ਜਦੋਂ ਤੁਸੀਂ ਆਏ ਆ ਇੱਥੇ ਕੀ ਦੇਖਿਆ? ਮੌਕੇ ਦੇ ਕੋਲ ਪੁਲਿਸ ਆਈ ਕੋਈ? ਕਿੱਦਾਂ ਕੀ ਕੀਤਾ? ਉਹ ਮੁੱਦੀ ਪਈ ਸੀ ਰਸੋਈ 'ਚ, ਤਾਂ ਵੇਖਣ ਨਹੀਂ ਦਿੱਤਾ ਕੁਛ ਵੀ। ਇੱਥੇ ਤਾਂ ਬਹੁਤ ਇਕੱਠ ਸੀਗਾ। ਮੈਂ ਜਦੋਂ ਘਰੇ ਆਇਆ ਮੇਰੀ ਮਾਤਾ ਦਾ ਸਿਰ ਸਾਰਾ ਫੁੱਲਿਆ ਹੋਇਆ ਸੀ, ਸਾਰਾ ਰਸੋਈ ਖੂਨੋ ਖੂਨ ਹੋਈ ਪਈ ਸੀਗੀ। ਕਿਹਨੇ ਮਾਰਿਆ? ਮੇਰੇ ਪਾਪਾ ਨੇ ਮਾਰਿਆ। ਕੀ ਗੱਲ ਹੋ ਗਈ ਜਿਹੜਾ ਉਹਨਾਂ ਨੂੰ ਇਦਾਂ ਚੱਕਣਾ ਪਿਆ ਹੋਇਆ ਹੈ? ਸਾਨੂੰ ਕੁਝ ਪਤਾ ਨਹੀਂ ਗਈ। ਅਸੀਂ ਸਕੂਲ ਵੱਲੋਂ ਟ੍ਰਿਪ ਤੇ ਗਏ ਹੋਏ ਸੀਗੇ ਜੀ। ਪਹਿਲਾਂ ਵੀ ਕੋਈ ਲੜਾਈ ਝਗੜੇ ਹੁੰਦਾ ਸੀ ਘਰੇ ਇਦਾਂ? ਪਹਿਲਾਂ ਵੀ ਬੋਲਦੇ ਰਹਿੰਦੇ ਸੀ ਆਪਸ 'ਚ। ਅੱਛਾ, ਕਿ ਡਰਿੰਕ ਵਗੈਰਾ ਵੀ ਕਰਦੇ ਸੀ ਕਿ ਕਿਦਾਂ? ਕਿਵੇਂ? ਹਾਂਜੀ, ਡਰਿੰਕ ਵੀ ਲੈਂਦੇ ਸੀ, ਨਸ਼ੇ ਵਾਲੀਆਂ ਗੋਲੀਆਂ ਵੀ ਲੈਂਦੇ ਸੀ। ਅੱਜ ਵੀ ਨਸ਼ੇ ਸੀ ਜਦੋਂ? ਹਾਂਜੀ। ਕੀ ਕੀਤਾ ਹੋਇਆ ਸੀ ਅੱਜ? ਕੀ ਨਸ਼ਾ ਕੀਤਾ ਸੀ ਕੋਈ ਪਤਾ? ਅੱਜ ਦਾਰੂ ਵੀ ਪੀਤੀ ਹੋਈ ਸੀਗੀ ਤੇ ਗੋਲੀਆਂ ਵੀ ਖਾਧੀਆਂ ਹੋਈਆਂ ਸੀਗੀਆਂ ਜੀ। ਤੇ ਉਦੋਂ ਜਦੋਂ ਪੁਲਿਸ ਵਾਲੇ ਵੀ ਕਹੀ ਜਾਂਦੇ ਸੀਗੇ ਕਿ ਥੋੜੀ ਪੀਤੀ ਹੋਈ ਹੈ, ਨਾ ਬਾਲਾ ਬਣ। ਕਾਹਦੇ ਨਾਲ ਮਾਰਿਆ ਕੁਝ ਪਤਾ ਵੀਰੇ? ਐਂ ਤਾਂ ਪਹਿਲਾਂ ਉਹ ਕਹਿੰਦੇ ਕਿ ਦਾਤੀ ਨਾਲ ਮਾਰਿਆ। ਅੰਦਰ ਬਾਹਰ ਆ ਕੇ ਰਸੋਈ 'ਚ ਜੋ ਰੋਟੀ ਲਾਉਣ ਲੱਗੇ ਉਦੋਂ ਤਵੇ ਨਾਲ ਮਾਰਿਆ, ਰੋਟੀ ਲਾਉਣ ਵਾਲੀ। ਸਿਰ 'ਚ ਮਾਰੇ ਗਏ? ਹਾਂਜੀ। ਇਹ ਚੱਕੀ ਵਾਲੀ ਗਲੀ 'ਚੋਂ ਰਾਤ ਸਾਨੂੰ ਕੋਈ ਇਨਫੋਰਮੇਸ਼ਨ ਆਈ ਸੀਗੀ ਜੀ। ਇਨਫੋਰਮੇਸ਼ਨ ਦੇ ਵਿੱਚ ਸਾਨੂੰ ਆਇਆ ਸੀਗਾ ਵੀ ਦੋ ਮੀਆਂ ਬੀਵੀ ਉਹ ਆਪਸ 'ਚ ਬਹੁਤ ਜ਼ਿਆਦਾ ਲੜਾਈ ਝਗੜਾ ਕਰੀ ਜਾਂਦੇ ਆ। ਜਦੋਂ ਅਸੀਂ ਮੌਕੇ 'ਤੇ ਗਏ ਆ, ਸਾਨੂੰ ਲੇਡੀਜ਼ ਦੀ ਜਿਹੜੀ ਉਹਦੀ ਪਤਨੀ ਆ ਉਹਦੀ ਡੈੱਡ ਬੋਡੀ ਮਿਲੀ। ਅਸੀਂ ਫਿਰ ਮੌਕੇ 'ਤੇ ਪਹੁੰਚ ਕੇ ਸਵਾਰੀ ਦਾ ਪ੍ਰਬੰਧ ਕਰਕੇ ਇੱਕ ਵਾਰੀ ਡੈੱਡ ਬੋਡੀ ਨੂੰ ਮੋਰਚਰੀ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਰਖਾ ਦਿੱਤਾ ਸੀ। ਅੱਜ ਜਲਾਲਾਬਾਦ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੇ ਪੰਜਾਬ ਦੇ ਸੱਦੇ ਤੇ ਧਰਨਾ ਦਿੱਤਾ ਗਿਆ। ਮੁਲਾਜ਼ਮਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਤੇ ਕਈ ਵਾਰ ਮੀਟਿੰਗ ਰੱਖ ਕੇ ਭੱਜ ਗਏ, ਗੱਲ ਸਿਰੇ ਨਾ ਲੱਗੀ। ਇਸੇ ਰੋਸ ਵਿੱਚ ਅੱਜ ਸਾਰੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਉਹ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰ ਦੇਣਗੇ। ਹਾਂਜੀ, ਕੀ ਨਾਂ ਤੁਹਾਡਾ ਤੇ ਅੱਜ ਕਿਸ ਗੱਲੋਂ ਧਰਨਾ ਲਗਾਇਆ ਗਿਆ ਜੀ? ਮੇਰਾ ਨਾਮ ਗੁਰਮੀਤ ਸਿੰਘ, ਮੈਂ ਜਲ ਸਪਲਾਈ ਦਾ ਬਲਾਕ ਦਾ ਪ੍ਰਧਾਨ ਹਾਂ ਜੀ। ਅੱਜ ਜੋ ਸਾਡਾ ਪ੍ਰੋਟੈਸਟ ਹੋ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਦੇ ਬੈਨਰ ਹੇਠਾਂ ਹੋ ਰਿਹਾ ਹੈ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਤਿੱਖੇ ਪ੍ਰੋਗਰਾਮ ਕਰਕੇ
ਲੰਬੀ ਦਾ ਹਾਈਵੇ ਰੋਡ ਜਾਮ ਕੀਤਾ ਔਰ ਪੁਰੋਂ ਤਿੱਖੇ ਕਰਕੇ ਸਾਨੂੰ ਜੋ ਮੀਟਿੰਗਾਂ ਦਿੱਤੀਆਂ ਗਈਆਂ ਮੁੱਖ ਮੰਤਰੀ ਨਾਲ, ਉਹ ਸਾਡੀ ਮੀਟਿੰਗਾਂ ਕਰਨ ਤੋਂ ਭੱਜਿਆ ਹੈ। 6 ਵਾਰ ਮੀਟਿੰਗਾਂ ਕਰਨ ਤੋਂ ਭੱਜਿਆ ਹੈ, ਜਿਸ ਦੇ ਰੋਸ ਵਜੋਂ ਅੱਜ ਇਹ ਪ੍ਰੋਗਰਾਮ ਸਾਰੇ ਪੰਜਾਬ ਦੇ ਵਿੱਚ ਹੋ ਰਹੇ ਹਨ। ਸ਼ਾਮ ਨੂੰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਏ। ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਲਗਾਤਾਰ ਐਸਟੀਐਫ ਦੀਆਂ ਟੀਮਾਂ ਕਾਰਵਾਈ ਕਰ ਰਹੀਆਂ ਹਨ। ਅੱਜ ਫਿਰੋਜ਼ਪੁਰ ਦੀ ਆਬਾ ਬਸਤੀ ਵਿੱਚ ਐਸਟੀਐਫ ਬਠਿੰਡਾ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ ਤੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 270 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਪਹਿਚਾਣ ਸੰਜੂ ਦੇ ਰੂਪ ਵਿੱਚ ਹੋਈ ਹੈ। ਪੁਲਿਸ ਮੁਤਾਬਕ ਇਹ ਸ਼ਖਸ ਪਿਛਲੇ ਕਈ ਸਾਲਾਂ ਤੋਂ ਆਪਣੇ ਨਾਨਕੇ ਘਰ ਰਹਿੰਦਾ ਸੀ ਅਤੇ ਬਾਹਰਹਾਲ ਮਾਮਲਾ ਦਰਜ ਕਰਕੇ ਇਸ ਦੀ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਕੀ ਬਸਤੀ ਦੇ ਵਿੱਚ ਹੋਈ ਹੈ ਕਿ ਰਿਕਵਰੀ ਕੀ ਕੀਤੀ ਹੈਗੀ ਹੈ? ਇਹ ਆਵਾ ਬਸਤੀ ਫਿਰੋਜ਼ਪੁਰ ਤੋਂ 270 ਗ੍ਰਾਮ ਹੈਰੋਇਨ ਬਰਾਮਦ ਹੋਈ ਆ। ਇਹ ਸੰਜੂ ਉਰਫ ਸੰਜੀਵ ਨਾਂ ਦੇ ਵਿਅਕਤੀ ਨੂੰ ਕਾਬੂ ਕੀਤਾ ਸੀ। 270 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਹ ਸਰ ਇਸ ਘਰ ਦੇ ਵਿੱਚ ਆਇਆ ਹੈਗਾ ਸੀਗਾ? ਇਹ ਆਪਦੇ ਨਾਨਕੇ ਘਰ ਆਏ ਦੇ ਇੱਥੇ ਰਹਿੰਦਾ ਹੈ। ਆਪਦੇ ਨਾਨਕੇ ਘਰ ਹੀ ਇਹ 2-3 ਸਾਲ ਤੋਂ ਰਹਿ ਰਿਹਾ। ਇੱਥੇ ਇਹ ਹੀਰਨ ਦਾ ਧੰਦਾ ਕਰ ਤਾਂ ਇਹ ਸਰ ਅੱਜ ਟੀਮ ਆਈ ਹੈਗੀ ਐਸਟੀਐਫ? ਹਾਂ, ਅੱਜ ਇੱਕ ਮੁਕੱਦਮਾ ਨੰਬਰ 132/22 ਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ। ਤਫਤੀਸ਼ ਦੇ ਸੰਬੰਧ ਵਿੱਚ ਇੱਧਰ ਆਏ ਸੀ। ਇੱਥੇ ਸਾਨੂੰ ਖਾਈ ਵਾਲੇ ਫਾਟਕ ਤੇ ਬਖੂਰੀ ਹੋਈ ਹੈ ਕਿ ਜਿਹੜਾ ਸੰਜੂ ਆ ਇਹ ਵੀ ਹਿਰਨ ਦਾ ਧੰਦਾ ਕਰਦਾ ਜੀ, ਇਹਨੂੰ ਕਾਬੂ ਕੀਤਾ ਜਾਵੇ। ਇਹ ਤੋਂ ਵੀ ਹਿਰਨ ਬਰਾਮਦ। ਕਿੰਨੇ ਬੰਦੇ ਕਿੰਨੇ ਕੀਤੇ ਗਏ? ਇਹ ਇਕੱਲੇ ਹੀ ਬਸ ਗਲੀ 'ਚ ਜਿਹੜੀ ਆਹ ਵਕਤ ਦੀ ਗਲੀ, ਇਹ ਗਲੀ 'ਚ ਅਸੀਂ ਇਹਨੂੰ ਕਾਬੂ ਕਰ ਲਿੱਤਾ ਗਿਆ। ਸਰ ਅੱਗੋਂ ਵੀ ਮਾਮਲੇ ਦੀ ਜਾਂਚ ਕੀਤੀ ਜਾਊਗੀ? ਹਾਂ, ਇਹਦੇ ਪੁੱਛਗਿੱਛ ਲੈ ਕੇ ਅੱਗੇ ਤਫਤੀਸ਼ ਕਰਾਂਗੇ। ਅੱਜ ਕਪੂਰਥਲਾ ਵਿੱਚ ਏਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਦੀ ਅਗਵਾਈ ਵਿੱਚ ਆਪ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇੱਕ ਮੰਗ ਪੱਤਰ ਡੀਐਸਪੀ ਕਪੂਰਥਲਾ ਨੂੰ ਦਿੱਤਾ ਗਿਆ, ਜਿਹੜਾ ਕਿ ਭਗਵੰਤ ਮਾਨ ਦੇ ਨਾਮ ਸੀ। ਉਹਨਾਂ ਕਿਹਾ ਕਿ ਆਪ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਅਤੇ ਲੋਕੀ ਹੁਣ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਗੁਰਮੀਤ ਲਾਲ ਬਿੱਟੂ ਪ੍ਰਧਾਨ ਏਕਤਾ ਪਾਰਟੀ ਔਰ ਸਮੁੱਚੀ ਏਕਤਾ ਪਾਰਟੀ ਵੱਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਇੱਕ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਔਰ ख़ास ਤੌਰ 'ਤੇ ਕਪੂਰਥਲੇ ਵਿੱਚ ਜਿਹੜੀਆਂ ਸਮੱਸਿਆ ਹੈਗੀਆਂ ਸੀਗੀਆਂ ਉਹਦੇ ਸੰਬੰਧੀ ਜਿਹੜਾ ਅੱਜ ਰੋਡ ਸ਼ੋਅ ਕੀਤਾ ਗਿਆ। ਇਹਦੇ ਵਿੱਚ ਇੱਕ ਤੇ ਕਪੂਰਥਲੇ ਵਿੱਚ ਰੇਹੜੀਆਂ ਦੀ ਬਹੁਤ ਵੱਡੀ ਸਮੱਸਿਆ ਹੈਗੀ ਹੈ, ਕਿਉਂਕਿ ਕਾਫੀ ਗਰੀਬ ਪਰਿਵਾਰ ਜਿਹੜਾ ਵਾ ਉਹ ਮਾਰ ਰੋਡ 'ਤੇ ਰੇਹੜੀਆਂ ਲਾਉਂਦਾ ਪਿਆ ਵਾ। ਪਰ ਪਿਛਲੇ ਸਮੇਂ ਵੀ ਇੱਕ ਕਮਿਸ਼ਨਰ ਵੱਲੋਂ ਆਰਡਰ ਕੀਤੇ ਗਏ ਸੀਗੇ ਵੀ ਮਾਰ ਰੋਡ ਤੋਂ ਰੇਹੜੀਆਂ ਸਾਰੀਆਂ ਚੱਕੀਆਂ ਜਾਣ। ਅਸੀਂ ਮੈਡਮ ਜੀ ਨੂੰ ਬੇਨਤੀ ਕਰਦੇ ਹਾਂ ਵੀ ਦੇਖੋ ਇਹ ਗਰੀਬ ਪਰਿਵਾਰਾਂ ਨੂੰ ਜਿਹੜਾ ਵਾ ਥੋੜ੍ਹੀ ਕਿਤੇ ਜਗ੍ਹਾ ਦਿੱਤੀ ਜਾਵੇ ਕਿ ਜਾਣੀ ਕਿ ਆਪਣੇ ਪਰਿਵਾਰ ਜਿਹੜੇ ਆ ਰੋਟੀ ਪਾਣੀ ਕਮਾ ਕੇ ਆਪਣੇ ਬੱਚਿਆਂ ਦਾ ਪੇਟ ਪਾਲਣ। ਇਹ ਕਪੂਰਥਲੇ ਦੇ ਵਿੱਚ ਕਾਫੀ ਸਮੇਂ ਤੋਂ ਜਿਹੜੀ ਹੈ ਕੂੜੇ ਦੀ ਬਹੁਤ ਸਮੱਸਿਆ ਹੈਗੀ ਹੈ। ਅੱਜ ਵੀ ਸ਼ਹਿਰ ਦੇ ਵਿੱਚ ਮੈਂ ਸਮਝਦਾ ਥਾਂ 'ਤੇ ਕੂੜਾ ਲੱਗਾ ਪਿਆ ਵਾ। ਔਰ ਤੀਸਰੀ ਸਾਡੀ ਇਹ ਮੰਗ ਸੀਗੀ ਵੀ ਇੱਕ ਤਾਂ ਨਸ਼ਾ ਜਿਹੜਾ ਕਪੂਰਥਲੇ ਵਿੱਚ ਵੱਡੇ ਤੌਰ 'ਤੇ ਵਿਕਦਾ ਪਿਆ ਵਾ। ਅਸੀਂ ਐਸਐਸਪੀ ਸਾਹਿਬ ਕੋਲ ਇਹ ਮੰਗ ਕਰਦੇ ਹਾਂ ਵੀ ਜਿਹੜੇ ਲੋਕ ਦੜੇ ਸੱਟੇ ਦਾ ਜਾਂ ਸ਼ਰਾਬ ਦਾ ਕੰਮ ਕਰਦੇ ਆ, ਇਹਨਾਂ ਨੇ ਵੱਡੀਆਂ ਬਿਲਡਿੰਗਾਂ ਬਣਾਈਆਂ ਪਈਆਂ ਵਾ, ਜਾਂ ਤਾਂ ਇਹਨਾਂ ਦੀਆਂ ਬਿਲਡਿੰਗਾਂ ਸੀਲ ਕੀਤੀਆਂ ਜਾਣ ਜਾਂ ਇਹਨਾਂ ਲੋਕਾਂ ਦੇ ਪਰਚੇ ਕਰਕੇ ਇਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਵੇ ਕਿ ਜਾਣੀ ਕਿ ਨੌਜਵਾਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਬਚਾਈ ਜਾਵੇ। ਬੀਤੇ ਦਿਨੀ ਕਪੂਰਥਲਾ ਦੇ ਪਿੰਡ ਬਿਸ਼ਨਪੁਰ ਅਰਾਈਆ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇੱਕ ਦਲਿਤ ਪਰਿਵਾਰ ਦੇ 5 ਮੈਂਬਰਾਂ ਦੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾ ਦਿੱਤਾ ਗਿਆ। ਥਾਣਾ ਕੋਤਵਾਲੀ ਪੁਲਿਸ ਨੇ 4 ਦਿਨ ਪਹਿਲਾਂ ਮਾਮਲਾ ਦਰਜ ਕੀਤਾ ਸੀ, ਪਰ ਸੱਚ ਐਕਟ ਦੇ ਧਾਰਾ ਨਹੀਂ ਲਗਾਈ ਸੀ। ਗੁੱਸੇ ਵਿੱਚ ਥਾਣਾ ਕੋਤਵਾਲੀ ਦੇ ਬਾਹਰ ਐਸਐਚਓ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਦਾ ਨਾਮ ਸਾਧੂ ਰਾਮ ਹੈ ਜੀ। ਹਾਂਜੀ, ਕੀ ਕਾਰਨ ਕੀ ਸੀ ਅੱਜ ਜਿਹੜਾ ਤੁਸੀਂ ਕਤਵਾਲੀ ਦੇ ਅੱਗੇ ਧਰਨਾ ਲਗਾਇਆ ਪਿਆ ਵਾ? ਸਰ ਸਾਡੀ ਨਾ ਪਿਛਲੇ ਵੀਕ ਦੇ ਵਿੱਚ ਜਿਹੜੀ ਆ ਲੜਾਈ ਹੋਈ ਸੀਗੀ, ਉਹਦੇ ਵਿੱਚ ਜਿਹੜਾ ਵਾ ਅਪਸ਼ਬਦ ਬੋਲੇ ਗਏ ਬੇਟੇ ਮੇਰੇ ਨੂੰ, ਲੇਕਿਨ ਪੁਲਿਸ ਨੇ ਉਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ। ਉਹ 9 ਬੰਦੇ ਆ, ਮੇਰਾ ਬੇਟਾ ਇੱਕੋ ਹੀ ਸੀਗਾ ਇਕੱਲਾ ਹੀ ਉੱਥੇ। ਅਸੀਂ ਜਿੱਦਾਂ ਆਏ ਆ ਸਾਨੂੰ ਸਾਰਿਆਂ ਨੂੰ ਉਹਨਾਂ ਨੇ ਵੱਢ ਟੋਕ ਕੇ ਰੱਖ ਦਿੱਤਾ ਉੱਥੇ। ਉਹ ਅੱਗੇ ਪੁਲਿਸ ਐਸਐਚਓ ਸਾਹਿਬ ਦਾ ਬਿਆਨ ਹੈਗਾ ਕਿ ਉਹਨਾਂ ਦੇ ਮਾਮੂਲੀ ਸੱਟਾਂ ਲੱਗੀਆਂ। ਸਾਡੇ 5 ਜੀ ਮੇਰੇ ਬੱਚੇ ਉੱਥੇ ਜਿਹੜੇ ਆ ਦੋਵੇਂ ਉੱਥੇ ਆ, ਮੇਰਾ ਭਰਾ ਉੱਥੇ ਆ, ਚਾਚੇ ਦਾ ਮੁੰਡਾ, ਮੇਰੀ ਭੈਣ ਉੱਥੇ ਆ, ਮੈਂ ਖੁਦ ਆਪ ਤੁਸੀਂ ਦੇਖ ਸਕਦੇ ਕਿ ਕਿਸ ਹਾਲਤ ਦੇ ਵਿੱਚ ਆ। ਫਿਰ ਵੀ ਸਾਨੂੰ ਆਣ ਕੇ ਧਰਨੇ ਤੇ ਬਹਿਣਾ ਪਿਆ। ਇਹ ਵਜ੍ਹਾ ਹੈਗੀ ਆ ਐਸਐਚਓ ਕਸ਼ਮੀਰ ਸਿੰਘ, ਇਹਨਾਂ ਨੇ ਪੈਸੇ ਲੈ ਲਏ ਆ
ਔਰ ਰਾਤ 1:30 ਵਜੇ FIR ਕਰਕੇ ਜਿਹੜੀ ਆ ਸਾਡੇ ਹੱਥ ਦੇ ਵਿੱਚ ਫੜਾਤੀ ਆ। ਉਸ ਤੋਂ ਪਹਿਲਾਂ FIR ਨਹੀਂ ਕੀਤੀ। ਜਦੋਂ ਅਸੀਂ ਇਹਨਾਂ ਨੂੰ ਕਿਹਾ ਕਿ ਸਵੇਰੇ ਅਸੀਂ FIR ਦੇ ਵਿੱਚ ਕਿਹੜੀ ਧਾਰਾ ਲਾਈ ਆ? FIR ਦੇ ਵਿੱਚ ਇਹਨਾਂ ਨੇ 326 ਲਾਈ ਆ, 324 ਲਾਈ ਆ, 323 ਲਾਈ ਆ, 148, 149। ਜਿਹੜਾ SC ਐਕਟ ਆ ਉਹ ਨਹੀਂ ਲਾਇਆ ਗਿਆ। ਜਿਹੜਾ ਅਪਸ਼ਬਦ ਬੋਲੇ ਗਿਆ ਉਹ ਨਹੀਂ ਲਾਇਆ ਗਿਆ। ਇਹਨਾਂ ਨੇ ਉਹ ਨਹੀਂ ਲਾ ਰਹੇ। ਜਿਹੜਾ ਦੂਜੀ ਇਹ ਆ ਜੀ, ਇਹ ਸਾਡੇ ਆ ਸਮਾਜ ਦੇ ਵਾਸੀ ਆ, ਸਾਡੇ ਲੋਕ ਆ, ਸਾਡੇ ਰਿਸ਼ਤੇਦਾਰ ਆ, ਸਾਡੇ ਭਾਈਬੰਦੀ ਆ। ਅੱਜ ਅਸੀਂ ਬਾਣੇ ਦੇ ਵਿੱਚ ਵਾਂ। ਇਹ ਨਹੀਂ ਆ ਕਿ ਅਸੀਂ ਆਪਣੇ ਸਮਾਜ ਨੂੰ ਛੱਡਤਾ। ਸਾਡਾ ਸਮਾਜ ਤਿਆਰ ਬਰ ਤਿਆਰ ਹੋ ਰਿਹਾ ਵਾ। ਅਸੀਂ ਇਹਨਾਂ ਦਾ ਸਹਿਯੋਗ ਦੇਣ ਦੇ ਆ। ਅਸੀਂ ਸਾਡੇ ਵੀਰ ਆਪਣੇ ਸਮਾਜ ਦਾ ਦਿੰਦੇ ਰਹਿਣਾ ਗਾੜੀ ਵੀ ਸਹਿਯੋਗ, ਕਿਉਂਕਿ ਇਹਨਾਂ ਨਾਲ ਜੋ ਧੱਕਾ ਹੋ ਰਿਹਾ, ਜਿਹੜਾ ਜਾਤੀ ਵਿਤਕਰਾ ਚੱਲ ਰਿਹਾ ਗੁਰਦੁਆਰਿਆਂ ਵਿੱਚ, ਗੁਰੂ ਘਰਾਂ ਵਿੱਚ ਵੀ ਚੱਲਦਾ ਪਿਆ ਜਾਤੀ ਵਿਤਕਰਾ। ਬੜੀਆਂ ਜਗ੍ਹਾ 'ਤੇ ਇਹਨੂੰ ਆਪਾਂ ਰੋਕਣਾ ਕਿ ਨਾ ਕਿਸੇ ਤਰੀਕੇ। ਠੀਕ ਆ ਜੀ, ਸਾਡਾ ਮਕਸਦ ਇਹੋ ਹੀ ਆ ਕਿ ਇਹ ਜਿਹੜਾ ਇਹਨਾਂ ਨਾਲ ਧੱਕਾ ਹੋਣ ਡਿਆ, ਇਹ ਸਾਡਾ ਪਰਿਵਾਰ ਇਹਨਾਂ ਦਾ ਹੀ ਸਾਥ ਦੇਣ ਆਏ ਆ ਤੇ ਖੜੇ ਆ ਤੇ ਖੜੇ ਰਵਾਂਗੇ। ਆਏ ਦਿਨ ਧਰਮ ਦੇ ਨਾਂ ਤੇ ਪਾੜ ਪਾਉਣ ਵਾਸਤੇ ਲੋਕ ਹੋਸ਼ੀਆਂ ਹਰਕਤਾਂ ਕਰਦੇ ਰਹਿੰਦੇ ਹਨ, ਪਰ ਜੋ ਸਕੂਲ ਦੇ ਅਧਿਆਪਕ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤਾਂ ਵਿਰਸੇ ਨੂੰ ਕੌਣ ਸੰਭਾਲੇਗਾ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਬਹਿਕ ਗੁੱਜਰਾਂ ਦੇ ਪ੍ਰਾਇਮਰੀ ਸਕੂਲ ਵਿੱਚ। ਸੁਣਨ ਨੂੰ ਆਖਿਆ ਜਿੱਥੇ ਇੱਕ ਅਧਿਆਪਕ ਨੇ ਸਿੱਖੀ ਧਰਮ ਦੇ ਕਕਾਰਾਂ ਤੇ ਉਹਨਾਂ ਦੇ ਗੁਰੂਆਂ ਬਾਰੇ ਅਪਸ਼ਬਦ ਬੋਲੇ ਗਏ, ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ ਅਤੇ ਉਹਨਾਂ ਵੱਲੋਂ ਸਕੂਲ ਵਿੱਚ ਧਰਨਾ ਦੇ ਕੇ ਉਸ ਅਧਿਆਪਕ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਿਸ ਨੇ ਅਪਸ਼ਬਦ ਬੋਲੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦਾ ਵੀ ਜ਼ੋਨ ਜੀਰਾ ਦਾ ਆਗੂ ਹਾਂ ਅਤੇ ਨਾਲ ਸਿੱਖ ਹੋਣ ਦੇ ਨਾਤੇ ਸਿੱਖ ਜਥੇਬੰਦੀਆਂ ਦੇ ਵਿੱਚ ਵੀ ਜਿਹੜਾ ਉਹ ਰਸੂਖ ਰੱਖਦਾ ਅਤੇ ਮਹਾਂਪੁਰਸ਼ ਸੰਤ ਬਾਬਾ ਬਲਦੇਵ ਸਿੰਘ ਜੀ ਉਹਨਾਂ ਵੱਲੋਂ ਮੈਂ ਹਾਜ਼ਰੀ ਲਵਾਉਣ ਆਇਆ ਸੀ। ਮੇਰੇ ਨਾਲ ਸੰਤ ਬਾਬਾ ਰੇਸ਼ਮ ਸਿੰਘ ਜੀ ਸਾਰੇ, ਕਿਉਂਕਿ ਇੱਥੇ ਪਿਛਲੇ ਦਿਨੀ ਬਹਿਕ ਗੁੱਜਰਾਂ ਦੇ ਵਿੱਚ ਸਕੂਲ ਹੈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਉਹਦੇ ਵਿੱਚ ਇੱਕ ਟੀਚਰ ਹੈ ਅਤੇ ਟੀਚਰ ਵੱਲੋਂ ਇੰਨੇ ਕੁ ਅਪਸ਼ਬਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਾਸਤੇ, ਜਿਨ੍ਹਾਂ ਨੇ ਹਿੰਦ ਦੀ ਚਾਦਰ ਬਣ ਕੇ ਸਰਬ ਲੋਕਾਈ ਦਾ ਪੱਤ ਇੱਜ਼ਤ ਰੱਖੀ, ਉਹਨਾਂ ਦੇ ਬਾਰੇ ਬੋਲੇ ਗਏ। ਫਿਰ ਸ੍ਰੀ ਹਰਿਮੰਦਰ ਸਾਹਿਬ ਵਾਸਤੇ ਬੜੀਆਂ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ ਵੀ ਤੁਸੀਂ 4 ਕਿਲੋ ਸੋਨਾ 4 ਇੱਟਾਂ ਲਾਈਆਂ, ਸਾਡੀ ਲੰਕਾ ਇਹ ਪਤਾ ਨਹੀਂ ਰਾਵਣ ਦੀ ਚੇਲੀ ਸੀ। ਇਸ ਵਾਸਤੇ ਇਹ ਇਹੋ ਜਿਹੇ ਅਪਸ਼ਬਦਾਂ ਦੇ ਨਾਲ ਇਹਨੇ ਬੱਚਿਆਂ ਨੂੰ ਸੰਬੋਧਿਤ ਕੀਤਾ ਅਤੇ ਬੱਚਿਆਂ ਨੇ ਜਾ ਕੇ ਘਰੇ ਦੱਸਿਆ। ਫਿਰ ਇਹਦੇ ਨਾਲ ਰਾਬਤਾ ਕਾਇਮ ਹੋਇਆ। ਰਾਬਤਾ ਕਾਇਮ ਹੋਣ ਤੋਂ ਬਾਅਦ ਇਹ ਫੇਰ ਆ ਕੇ ਬੱਚਿਆਂ ਨੂੰ ਦਬਾਉਂਦੀ ਹੈ ਵੀ ਤੁਸੀਂ ਸਾਡਾ ਕੀ ਕਰ ਲਿਆ, ਕੀ ਕਰ ਲੋਗੇ, ਵੱਡੇ ਵੱਡੇ ਪੱਗੂ ਬੰਨੇ ਫਿਰਦੇ ਹੋ, ਤੁਸੀਂ ਕਿਰਪਾਨਾਂ ਫੜੀ ਫਿਰਦੇ ਹੋ। ਬਹੁਤ ਜ਼ਿਆਦਾ ਮਾੜੇ ਸ਼ਬਦ ਬੋਲੇ ਗਏ ਜਿਹੜੇ ਕਿ ਇੱਕ ਸਿੱਖ ਵਾਸਤੇ ਨਹੀਂ, ਜਿਹੜਾ ਵੀ ਕੋਈ ਇਨਸਾਨੀਅਤ ਨਾਤੇ ਵੀ ਮਨੁੱਖ ਨੂੰ ਸੁਣਨ ਵਾਸਤੇ ਜਿਹੜੇ ਉਹ ਵੀ ਔਖਾ ਹੋ ਜਾਂਦਾ। ਇਸ ਵਾਸਤੇ ਹੁਣ ਅਸੀਂ ਇੱਥੇ ਇਕੱਤਰ ਹੋਏ ਸੀ ਸਾਰੇ ਜਥੇਬੰਦੀਆਂ। ਬਾਬਾ ਜੀ ਆਏ ਸੀ, ਬਾਬਾ ਭੁਪਿੰਦਰ ਸਿੰਘ ਜੀ ਦੇ ਸਿੰਘ ਆਏ ਸੀ, ਬਾਬਾ ਇਸੇ ਤਰ੍ਹਾਂ ਗੁਰਦੇਵ ਸਿੰਘ ਜੀ ਦੇ ਸਿੰਘ ਆਏ ਸੀ। ਬਹੁਤ ਸਿੰਘਾਂ ਨੇ ਇਕੱਤਰ ਹੋਏ, ਇੱਥੇ ਜਥੇਬੰਦੀਆਂ ਇਕੱਤਰ ਹੋਈਆਂ, ਕਿਸਾਨ ਜਥੇਬੰਦੀਆਂ ਵੀ। ਉਹਨਾਂ ਨੇ ਫਿਰ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ ਅਤੇ ਪ੍ਰਸ਼ਾਸਨ ਦੇ ਵਿੱਚੋਂ ਇੱਥੇ ਜਿਹੜੇ ਇੰਸਪੈਕਟਰ ਸਾਹਿਬ ਸਾਡੇ ਸਦਰ ਗੁਰਪ੍ਰੀਤ ਸਿੰਘ ਜੀ, ਉਹਨਾਂ ਨੇ ਬਹੁਤ ਸੋਹਣਾ ਸਾਡੇ ਨਾਲ ਜਿਹੜਾ ਬਿਹੇਵ ਕੀਤਾ। ਉਹਨਾਂ ਨੇ ਜਿਹੜੇ ਬਣਦੀ ਕਾਰਵਾਈ ਸੀ ਸਾਡੇ ਤੋਂ ਮੰਗ ਪੱਤਰ ਲੈ ਕੇ ਅੱਗੇ ਵਾਸਤੇ ਉਹ ਕਹਿੰਦੇ ਅਸੀਂ ਕਰਦੇ ਹਾਂ, ਜੇ ਕਰਨਗੇ ਤੇ ਇਹਨਾਂ ਵਰਗਾ ਗੁਰੂ ਦਾ ਸਿੱਖ ਦੂਜਾ ਨਹੀਂ ਕੋਈ ਹੋ ਸਕਦਾ। ਸਾਡੇ ਵਰਗੇ ਕਿਰਪਾਨਾਂ ਫੜਨ ਵਾਲੇ ਹੋ ਸਕਦੇ ਆ। ਇਹ ਸੱਚੇ ਸੁੱਚੇ ਸਿੱਖ ਹੈ, ਕਿਉਂਕਿ ਇਨਸਾਨੀਅਤ ਦਾ ਭਲਾ ਲੋਚਦੇ ਹੈ। ਜਿਹੜਾ ਇਨਸਾਨੀਅਤ ਦਾ ਭਲਾ ਲੋਚੇਗਾ ਉਹਨੂੰ ਸਦਾ ਸਲੂਟ ਹੈ ਅਤੇ ਬਣਦੀ ਕਾਰਵਾਈ ਜੇ ਹੋਏਗੀ ਤੇ ਉਸ ਤੋਂ ਬਾਅਦ ਇਹਨਾਂ ਦੇ ਅੱਗੇ ਬੇਨਤੀ ਹੈ ਵੀ ਰੈਸਟ ਵੀ ਪੈਣੀ ਚਾਹੀਦੀ ਹੈ ਅਤੇ ਚੰਗੀ ਤਕੜੀ ਸਜ਼ਾ ਮਿਲਣੀ ਚਾਹੀਦੀ ਹੈ ਵੀ ਇਹੋ ਜਿਹੇ ਲੋਕ ਜਿਹੜੇ ਭੜਕਾਊ ਲੋਕ ਹੈ, ਜਿਹੜੇ ਇਸ ਪੰਜਾਬ ਦੀ ਜਿਹੜੀ ਇਨਸਾਨੀਅਤ ਹੈ ਇਹਨੂੰ ਅੱਗ ਲਾਉਣੀ ਚਾਹੁੰਦੇ ਹੈ, ਇਹਨਾਂ ਲੋਕਾਂ ਦੇ ਉੱਤੇ ਵੱਧ ਤੋਂ ਵੱਧ ਤਕੜੀ ਤੋਂ ਤਕੜੀ ਕਾਰਵਾਈ ਹੋਵੇ ਤਾਂ ਕਿ ਜਿਹੜਾ ਠੱਲ ਪੈ ਸਕੇ। ਬਹੁਤ ਧੰਨਵਾਦ ਜੀ ਸਾਰੀਆਂ ਜਥੇਬੰਦੀਆਂ ਦਾ ਅਤੇ ਪ੍ਰਸ਼ਾਸਨ ਦਾ ਅਤੇ ਆਏ ਹੋਏ ਮੀਡੀਆ ਸੱਜਣਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਡੇ ਅੱਜ ਹੀ ਨੋਟਿਸ 'ਚ ਆਇਆ ਸੀ ਕਿ ਇੱਕ ਮੈਡਮ ਪੂਜਾ ਨੇ ਅਤੇ ਬਹਿ ਗੁੱਜਰਾਂ ਦੇ, ਇਹਨਾਂ ਨੇ ਸਿੱਖ ਧਰਮ ਬਾਰੇ 9th ਕਲਾਸ 'ਚ ਕੋਈ ਅਪਸ਼ਬਦ ਬੋਲਿਆ ਅਤੇ ਜਿਹੜਾ ਉਹਦੇ ਹਿਸਾਬ 'ਤੇ ਸਿੱਖ ਜਥੇਬੰਦੀਆਂ ਨੇ ਸਾਡੇ ਧਿਆਨ 'ਚ ਲਿਆਂਦਾ। ਇੱਥੇ ਇਕੱਠੇ ਹੋਏ ਇਹਨਾਂ ਨੇ ਸਾਨੂੰ ਮੰਗ ਪੱਤਰ ਦਿੱਤਾ, ਉਹਦੇ ਬਿਹਾਫ 'ਤੇ ਜੋ ਕਾਰਵਾਈ ਹੋਏਗੀ ਕਾਨੂੰਨੀ ਅਸੀਂ ਕਰਾਂਗੇ। ਕੋਈ ਅਰੈਸਟ ਵਗੈਰਾ ਨਹੀਂ, ਫਿਲਹਾਲ ਨਹੀਂ ਪਾਈ, ਪਰਚਾ ਦਰਜ ਕਰਕੇ ਅਸੀਂ ਅਰੈਸਟ ਵੀ ਪਾਵਾਂਗੇ। ਅਤੇ ਸਾਡੀ ਮੰਗ ਸੀਗੀ ਕਿ ਉਸ ਟੀਚਰ ਨੂੰ ਸਸਪੈਂਡ ਕੀਤਾ ਜਾਵੇ ਅਤੇ ਨਾਲ ਹੀ ਉੱਤੇ ਪਰਚਾ ਦਰਜ ਕਰਕੇ ਉਹਦੀ ਅਰੈਸਟ ਪਾਈ ਜਾਵੇ। ਸਾਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ, SHO ਸਰਦਾਰ ਗੁਰਪ੍ਰੀਤ ਸਿੰਘ ਜਿਹੜੇ ਇੱਥੇ ਮੌਜੂਦ ਆ, ਇਹਨਾਂ ਨੇ ਭਰੋਸਾ ਦਿਵਾਇਆ ਕਿ ਪਰਚਾ ਦਰਜ ਕੀਤਾ ਜਾਵੇਗਾ ਅਤੇ DO ਸਾਹਿਬ ਨੂੰ ਅਸੀਂ ਲੈਟਰ ਦੇ ਰਹੇ ਹਾਂ, ਉਹ ਵੀ ਆਏ ਆ। ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਸਸਪੈਂਡ ਕਰਨ ਵਾਸਤੇ ਦਰਖਾਸਤ ਅੱਗੇ ਮਹਿਕਮੇ ਨੂੰ ਭੇਜਾਂਗੇ। ਪਰ ਜੇ ਇਹ ਸਾਰਾ ਕੁਝ ਨਾ ਹੋਇਆ ਤਾਂ ਆਉਂਦੇ ਦਿਨਾਂ ਦੇ ਵਿੱਚ ਅਸੀਂ ਇਸ ਸਕੂਲ ਦੇ ਸਾਹਮਣੇ ਜਿਹੜਾ ਵੱਡਾ ਰੋਡ ਆ ਉਹ ਰੋਡ ਵੀ ਜਾਮ ਕਰਾਂਗੇ, ਇੱਥੇ ਧਰਨਾ ਵੀ ਦੇਵਾਂਗੇ। ਇਹਨੂੰ ਬਖਸ਼ਾਂਗੇ ਨਹੀਂ
ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਹਾਲਾਤ ਇਹੋ ਜਿਹੇ ਬਣਾਤੇ, ਕੇਂਦਰੀ ਏਜੰਸੀਆਂ ਨੇ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਕਦੇ ਕੋਈ ਸ਼ਿਵ ਸੈਨਾ ਵਾਲਾ ਸਿੱਖ ਧਰਮ ਦੇ ਖਿਲਾਫ ਬੋਲਦਾ, ਕਦੇ ਕੋਈ ਜਾਤੀਵਾਦ ਦੇ ਮਸਲੇ ਪੰਜਾਬ ਦੇ ਵਿੱਚ ਉਠਾ ਰਿਹਾ, ਜਿਹੜੀ ਬਹੁਤ ਘਟੀਆ ਗੱਲ ਹੈ। ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਗੁਰੂ ਨਾਨਕ ਸਾਹਿਬ ਨੇ ਦਿੱਤਾ। ਅਸੀਂ ਉਹਦੇ ਉੱਤੇ ਪਹਿਰਾ ਦਿੰਦੇ ਹੋਏ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ, ਪਰ ਇਹ ਏਜੰਸੀਆਂ ਜਿਹੜੀਆਂ ਇਹ ਮਾਹੌਲ ਖਰਾਬ ਕਰਨਾ ਚਾਹੁੰਦੀਆਂ। ਜੇ ਮਾਹੌਲ ਨੂੰ ਸ਼ਾਂਤ ਰੱਖਣਾ ਤਾਂ ਇਸ ਟੀਚਰ ਦੇ ਉੱਤੇ ਪਰਚਾ ਦਰਜ ਕਰਨ ਦਾ ਜੋ ਭਰੋਸਾ ਦਿੱਤਾ ਉਹ ਦਰਜ ਕਰਕੇ ਉਹਨੂੰ ਅਰੈਸਟ ਕੀਤਾ ਜਾਵੇ। ਸਾਡੀ ਇਹੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਦੀ ਸਭ ਤੋਂ ਦੁਖਦਾਈ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਕੋਟ ਕਰੋੜ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ 2021 ਵਿੱਚ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਿਆ ਸੀ, ਜਿੱਥੇ ਦੇ ਸ਼ਹਿਰ ਸਰੀ ਵਿੱਚ ਹਾਰਟ ਅਟੈਕ ਆਉਣ ਕਾਰਨ ਉਸ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਅਰਸ਼ ਦੀ ਮਾਪਿਆਂ ਦਾ ਇਕਲੌਤਾ ਪੁੱਤ ਸੀ, ਜਿਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਵਾਪਸ ਭੇਜਣ ਲਈ ਗੋ ਫੰਡ ਨਾਂ ਦੇ ਪੇਜ ਦੀ ਸਹਾਇਤਾ ਲਈ ਜਾ ਰਹੀ ਹੈ। ਸ਼ਦੀਪ ਸਿੰਘ ਦਾ ਪਿਤਾ ਜੀ ਹੈ ਜੀ। 2021 ਚ ਹੋ ਗਿਆ ਜੀ ਸਟੱਡੀ ਤੇ, ਬਸ 2022 ਚ ਹੁਣ 17 ਤਰੀਕ ਨੂੰ ਸਰੀ ਚੌਥੇ ਉਹਦਾ ਯਾਰ ਦੋਸਤ ਸੀ, ਕੋਈ 20-25 ਦਿਨ ਪਹਿਲਾਂ ਡੈਡ ਹੋਇਆ ਸੀ। ਉਹਦੇ ਕਾਰਨ ਉਹ ਬੜਾ ਥੋੜਾ ਜਿਹਾ ਕਰ ਗਿਆ ਵੀ ਐਂ ਹੋ ਗਿਆ। ਬਹੁਤ ਉਹਨੂੰ ਸਮਝਾਇਆ ਸੀਗਾ ਵੀ ਨਹੀਂ ਪੁੱਤ ਨਹੀਂ, ਪਰ ਮਗਰੇ ਹੀ ਉਹਨੂੰ ਵੀ ਕੋਈ ਅਟੈਕ ਪ੍ਰੋਬਲਮ ਆ ਗਈ, ਐਕਸਪਾਇਰ ਹੋ ਗਿਆ। ਹੁਣ ਉੱਥੇ ਆਪਣੇ ਘਰ ਦੇ ਹਾਲਾਤ ਕਿਵੇਂ ਆ ਤੇ ਕੀ ਕੋਈ ਸਰਕਾਰ ਤੋਂ ਮਦਦ ਦੀ ਮੰਗ ਕਰਦੇ ਹੋ ਤੁਸੀਂ ਕਿਸੇ ਤਰ੍ਹਾਂ ਦੀ? ਤਾਂ ਸਰਕਾਰ ਦੇਖੋ ਕਰਦੀ ਆ, ਤਾਂ ਦੇਖੋ ਹੁਣ ਬਹੁਤ ਬੁਰਾ ਹਾਲ ਹੈ। ਪੱਤਰਕਾਰਾਂ ਨੂੰ ਇੱਕ ਚੌਥਾ ਥੰਮ ਮੰਨਿਆ ਜਾਂਦਾ ਹੈ। ਪਿਛਲੇ ਦਿਨੀ ਮਨੋਜ ਕੁਮਾਰ ਹੀਰਾ ਲੁਧਿਆਣਾ ਦੇ ਪੱਤਰਕਾਰ ਮੈਂ ਸੱਚ ਦੀ ਆਵਾਜ਼ ਬੁਲੰਦ ਕੀਤੀ ਸੀ, ਜਿਹੜਾ ਕਿ ਸ਼ਿਵ ਸੈਨਾ ਆਗੂਆਂ ਦੇ ਉਹਦੇ ਉੱਪਰ ਹੀ ਪਰਚਾ ਦਰਜ ਕਰਵਾ ਦਿੱਤਾ। ਅੱਜ ਇਸੇ ਰੋਸ ਵਿੱਚ ਲੁਧਿਆਣਾ ਵਿੱਚ ਪੱਤਰਕਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪੱਤਰਕਾਰਾਂ ਦੇ ਹਮਲੇ ਬੰਦ ਕਰੋ, ਬੰਦ ਕਰੋ, ਬੰਦ ਕਰੋ। ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ। ਕੁਮਾਰ ਹੀਰਾ ਦਾ ਪਰਚਾ ਰੱਦ ਕਰੋ, ਰੱਦ ਕਰੋ, ਰੱਦ ਕਰੋ। ਮਨੋਜ ਕੁਮਾਰ ਹੀਰਾ ਦਾ ਪਰਚਾ ਫੌਰੀ ਰੱਦ ਕਰੋ, ਰੱਦ ਕਰੋ, ਰੱਦ ਕਰੋ। ਪੱਤਰਕਾਰ ਭਾਈਚਾਰਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਪੱਤਰਕਾਰ ਭਾਈਚਾਰੇ ਦੀ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਪੱਤਰਕਾਰ ਲੋਕ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਪੱਤਰਕਾਰ ਤੇ ਇਨਸਾਫ ਸਭ ਲੋਕਾਂ ਦਾ ਏਕਾ ਜਿੰਦਾਬਾਦ, ਜਿੰਦਾਬਾਦ। ਅੱਜ ਅੰਮ੍ਰਿਤਸਰ ਦੀ ਪੁਲਿਸ ਨੇ ਥਾਣਾ ਮਜੀਠਾ ਦੇ ਕੱਥੂ ਨੰਗਲ ਦੀ ਪੁਲਿਸ ਨੇ ਵੱਖ-ਵੱਖ ਵਾਰਦਾਤਾਂ ਵਿੱਚ ਵੱਡੀ ਕਾਮਯਾਬੀ ਮਿਲੀ। ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਡੀਐਸਪੀ ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਟਾਈਮ ਪਾ ਕੇ ਵੱਡੀ ਗੈਂਗਵਾਰ ਕਰਨ ਦੀ ਫਿਰਾਕ ਵਿੱਚ ਸੀ। ਇਸੇ ਕਰਕੇ ਕੰਟਰੋਲ ਰੂਮ ਤੋਂ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੇ ਵਿੱਚ ਸਾਨੂੰ ਜਦੋਂ ਪਤਾ ਚੱਲਿਆ ਕਿ ਲੜਾਈ ਚੱਲ ਰਹੀ ਹੈ, ਜਿੱਥੇ ਦੋਵਾਂ ਦੇ ਵਿੱਚ ਪਥਰਾਬਾਜੀ ਤੇ ਹਵਾ 'ਚ ਜਿਹੜੇ ਫਾਇਰ ਕੀਤੇ ਜਾ ਰਹੇ ਸੀਗੇ, ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਟਾਈਮ ਨਾਲ ਪਹੁੰਚ ਕੇ ਕੋਈ ਜਿਹੜੀ ਅਣਸੁਖਾਵੀ ਘਟਨਾ ਤੋਂ ਜਿਹੜਾ ਬਚਾਅ ਹੋ ਗਿਆ ਔਰ ਮੌਕੇ ਦੇ ਉੱਪਰ ਹੀ ਜਿਹੜੇ ਆ 5 ਜਿਹੜੇ ਦੋਸ਼ੀ ਆ ਜਿਹੜੇ ਦੋਵਾਂ ਗੁੱਟਾਂ ਦੇ ਜਿਹੜੇ ਗ੍ਰਿਫਤਾਰ ਕੀਤੇ ਆ, ਜਿਨ੍ਹਾਂ ਦੇ ਕੋਲੋਂ 2 ਨਜਾਇਜ਼ ਜਿਹੜੇ ਪਿਸਟਲ 32 ਬੋਰ ਜਿੰਦਾ ਰਾਉਂਡ ਔਰ ਵਿਦ ਮੈਗਜ਼ੀਨ ਜਿਹੜੇ ਪਿਸਟਲ ਪਕੜੇ ਆ ਔਰ ਇੱਕ 12 ਬੋਰ ਦੀ ਜਿਹੜੀ ਰਾਈਫਲ ਹੈ, ਜਿਹੜੇ ਅਲੋਂਗ ਵਿਦ ਜਿਹੜੇ ਮਿਸਫਾਇਰਡ ਜਿਹੜੇ ਕੋਲ ਆ ਉਹਨਾਂ ਦੇ ਨਾਲ ਰਿਕਵਰ ਕੀਤੀ ਹੈ। ਸਰ ਕਾਰਨ ਕੀ ਸੀ ਝਗੜੇ ਦਾ? ਇਹਨਾਂ ਦੋਵਾਂ ਦਾ ਵਿੱਚ ਅਸੀਂ ਇਹ ਤਫਤੀਸ਼ ਕਰ ਰਹੇ ਹਾਂ ਔਰ ਦੋਵਾਂ ਦੀ ਆਪਸ 'ਚ ਕੋਈ ਪੁਰਾਣੀ ਰੰਜਿਸ਼ਬਾਜੀ ਹੈ, ਜਿਹਦੇ ਤਹਿਤ ਇਹ ਜਿਹੜੀ ਕਾਰਵਾਈ ਜਿਹੜੀ ਇਹਨਾਂ ਨੇ ਕੀਤੀ ਹੈ। ਜਿਹੜੀ ਸਰ ਕੀ ਨਾਮ ਗਰੁੱਪ ਨੇ ਤੁਹਾਨੂੰ? ਇਹ ਇੱਕ ਗਰੁੱਪ ਜਿਹੜੀ ਆ, ਤੁਸੀਂ ਇੱਕ ਪਾਸੇ ਰਵੀ ਹੈ ਪੁੱਤਰ ਜਸਪਾਲ ਸਿੰਘ ਔਰ ਦੂਸਰੇ ਪਾਸੇ ਸੁਖਚੈਨ ਹੈ। ਸਰ ਕਿੰਨੇ ਰੌਂਡ ਫਾਇਰ? ਟੋਟਲ ਅਸੀਂ ਜਿਹੜੇ ਖੋਲ ਜਿਹੜੇ ਅਸੀਂ ਬਰਾਮਦ ਕੀਤੇ ਆ ਉਹ 17 ਖੋਲ ਜਿਹੜੇ ਪਿਸਟਲ ਦੇ ਆ ਔਰ 12 ਜਿਹੜੇ ਆ 7 ਖੋਲ ਜਿਹੜੇ ਆ ਰਾਈਫਲ 12 ਬੋਰ ਦੇ ਆ। ਪੰਜ ਜਿਹੜੇ ਦੋਸ਼ੀ ਅਸੀਂ ਜਿਹੜੇ ਅਰੈਸਟ ਕਰ ਲਏ ਆ ਤੇ ਬਾਕੀਆਂ ਦੀ ਜਿਹੜੀ ਅਸੀਂ FIR ਦੀ ਤੁਹਾਨੂੰ ਦੇ ਦਿੰਦੇ ਆ। ਜਿਹੜੇ ਟੋਟਲ 20-22 ਬੰਦੇ ਹੈਗੇ ਆ ਜਿਹੜੇ ਟੋਟਲ। ਇਹ ਜਿਹੜਾ ਆਪਣਾ ਜਿਹੜਾ ਮੁਹੱਲਾ ਹੈ ਜਿਹੜਾ ਖਾਸਾ ਪੱਤੀ, ਉੱਥੇ ਦਾ ਹੀ ਵਾਕਿਆ ਹੈ। ਉੱਥੇ ਹੀ ਇਹ ਲਾਗੇ ਚਾਗੇ ਹੀ ਰਹਿੰਦੇ ਆ। ਆਪਸੀ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ਬਾਜੀ ਹੈ, ਜਿਹਦੇ ਤਹਿਤ ਇਹ ਕੱਲ੍ਹ ਜਿਹੜੀ ਇਹਨਾਂ ਨੇ ਹੁੱਲੜਬਾਜੀ ਜਿਹੜੀ ਕੀਤੀ ਹੈ, ਜਿਹਦੇ ਉੱਤੇ ਅਸੀਂ ਸਰਕਾਰ ਦੀ ਜਿਹੜੀ ਆ ਦਿਸ਼ਾ ਨਿਰਦੇਸ਼ ਜਿਹੜੇ ਆ ਅਮਨ ਸ਼ਾਂਤੀ ਨੂੰ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਵਾਸਤੇ
ਜੋ ਅਸੀਂ ਬਿਲਕੁਲ ਜਿਹਦੇ ਵਾਸਤੇ ਵਚਨਬੱਧ ਹਾਂ ਉਹਦੇ ਤਹਿਤ ਅਸੀਂ ਸਖਤ ਤੋਂ ਸਖਤ ਇਹਨਾਂ ਦੇ ਉੱਤੇ ਕਾਰਵਾਈ ਅਮਲ 'ਚ ਲਿਆਂਦੀ ਹੈ। ਜਿਹੜਾ 12 ਬੋਰ ਦੀ ਰਾਈਫਲ ਹੈ ਉਹ ਪ੍ਰੋਬੇਬਲੀ ਨਜਾਇਜ਼ ਨਹੀਂ ਹੈ। ਜਿਹੜੇ ਪਿਸਟਲ ਨੇ ਦੋਵੇਂ ਹੀ ਉਹ ਨਜਾਇਜ਼ ਹੈ। ਇੱਕ ਹੁੱਲੜਬਾਈ ਦੀ ਸਰ ਤੁਸੀਂ ਇੱਕ ਛੋਟੇ ਲੈਵਲ ਦਾ ਇੱਕ ਜਾਂਦੇ ਗੈਂਗ ਨਾਲ ਸੰਬੰਧ ਤੁਹਾਡੀ ਇਨਵੈਸਟੀਗੇਸ਼ਨ ਚਾਹੇਗਾ, ਕਿਉਂਕਿ ਇਹਨੇ ਛੋਟੇ ਲੈਵਲ ਦਾ ਇੱਕ ਝਗੜਾ ਜੇ ਕੀਤਾ ਤੇ ਵੈਪਨ ਇਹਨਾਂ ਕੋਲ ਇਲੀਗਲ ਨੇ, ਇਹੋ ਸਿੱਧੇ ਵੱਜ ਜਾਂਦੇ ਨੇ। ਇਹ ਦਿਸ ਇਜ਼ ਕੁਆਇਟ ਸੀਰੀਅਸ। ਇਸੇ ਕਰਕੇ ਅਸੀਂ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਸੇ ਵੇਲੇ ਪਰਚਾ ਇਹਨਾਂ ਤੇ ਦਰਜ ਕੀਤਾ ਔਰ ਅਸੀਂ ਫਰਦਰ ਜਿਹੜਾ ਇਹਨਾਂ ਦਾ ਰਿਮਾਂਡ ਲੈ ਰਹੇ ਹਾਂ। ਅੱਜ ਇਹਨਾਂ ਨੂੰ ਪੇਸ਼ ਕਰਕੇ ਅਸੀਂ ਰਿਮਾਂਡ ਲਵਾਂਗੇ। ਫਰਦਰ ਜਿਹੜੀ ਇਨਵੈਸਟੀਗੇਸ਼ਨ ਹੋਏਗੀ, ਜੋ ਜਿਹੜੇ ਤੱਥ ਸਾਹਮਣੇ ਆਉਣਗੇ, ਕਿਸ ਨਾਲ ਕਿੱਥੋਂ ਇਹਨਾਂ ਦੇ ਹਥਿਆਰ ਆਏ ਨੇ, ਕਿੱਥੋਂ ਇਹਨਾਂ ਨੇ ਨਜਾਇਜ਼ ਲਿਆਂਦੇ, ਈਵਨ ਸਪਲਾਇਰ ਜਿਨ੍ਹਾਂ ਨੇ ਇਹਨਾਂ ਨੂੰ ਸਪਲਾਈ ਕੀਤਾ ਹੈ ਉਹਨਾਂ ਨੂੰ ਵੀ ਅਸੀਂ ਢਿੱਕੇ ਲਿਆਵਾਂਗੇ ਤਾਂ ਕਿ ਇਸ ਚੀਜ਼ 'ਚ ਸੋਧ ਹੋਵੇ। ਸਰ ਕੋਰਟ ਪੇਸ਼ ਕਰਦੇ ਨਹੀਂ, ਹਾਲੇ ਨਹੀਂ ਕੀਤਾ, ਅੱਜ ਕਰ ਰਹੇ ਹਾਂ ਆਪਾਂ। ਸਰ ਇਹਨਾਂ ਦਾ ਕਹਿੰਦੇ ਪਹਿਲੇ ਨਾਕਲਾਂ ਝਗੜਾ ਹੋਇਆ ਸੀ, ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਨੇ ਟਾਈਮ ਪਾਇਆ 10-15 ਦਿਨ ਪਹਿਲਾਂ। ਇਸ ਗੱਲ ਦੀ ਅਸੀਂ ਸਾਰੀ ਜਿਹੜੀ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ ਔਰ ਜੋ ਤੱਥ ਸਾਹਮਣੇ ਆਉਣਗੇ ਤੁਹਾਨੂੰ ਜਾਣੂ ਕਰਵਾ ਦਿਆਂਗੇ। ਨਹੀਂ ਪਰ ਸਰ ਬੰਦੇ ਤੇ ਉਹੀ ਨੇ ਨਾ ਜਿਹੜੇ ਲੜੇ ਸੀ ਉੱਥੇ। ਜਿਹੜੇ ਨਾਕਲਾਂ ਉਹ ਪਰਚਾ ਇੱਕ ਅਲੱਗ ਹੈ, ਇਹ ਉਹਨਾਂ ਦੇ ਨਾਲ ਰਿਲੇਸ਼ਨ 'ਚ ਹੋ ਸਕਦੇ ਆ ਬਟ ਡਾਇਰੈਕਟਲੀ ਜਿਹੜੇ ਆ ਉਹਦੇ ਵਿੱਚ ਨਹੀਂ, ਜਿਹੜੇ ਕਿਉਂਕਿ ਉਹਨਾਂ ਤੇ ਅਸੀਂ ਪਰਚਾ ਦੇ ਕੇ ਉਹਨਾਂ ਨੂੰ ਵੀ ਅਸੀਂ ਅਰੈਸਟ ਕੀਤਾ ਹੈ, ਉਹਨਾਂ 'ਚੋਂ ਵੀ ਇਹ ਇੱਕ ਨਵਾਂ ਪੱਖ ਹੈ। ਆਪਸ 'ਚ ਇੰਟਰਲਿੰਕ ਹੋ ਸਕਦੇ, ਇਸ ਚੀਜ਼ ਤੋਂ ਅਸੀਂ ਜਿਹੜਾ ਇਨਕਾਰ ਨਹੀਂ ਕਰ ਸਕਦੇ। ਹਲਕਾ ਸਮਰਾਲਾ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਦੀਆਂ ਸੜਕਾਂ ਦੀ ਮੰਦਹਾਲੀ ਚੱਲਦਾ ਆ ਰਿਹਾ ਹੈ, ਜਿਸ ਲਈ ਵੱਖ-ਵੱਖ ਸਮਿਆਂ ਦੌਰਾਨ ਸਮਾਜ ਸੇਵੀ ਸੰਗਠਨਾਂ ਅਤੇ ਵੱਡੇ ਸੰਘਰਸ਼ ਉਲੀਕੇ ਗਏ ਸਨ। ਪਿਛਲੇ ਦਿਨੀ ਇਲਾਕੇ ਦੇ ਅਗਾਂਹ-ਵਧੂ ਸੋਚ ਦੇ ਨੌਜਵਾਨਾਂ ਵੱਲੋਂ ਸੜਕ ਸੁਧਾਰ ਸੰਘਰਸ਼ ਕਮੇਟੀ ਦਾ ਗਠਨ ਕਰਕੇ ਹਲਕਾ ਸਮਰਾਲਾ ਦੀਆਂ ਸੜਕਾਂ ਬਣਾਏ ਜਾਣ ਤੱਕ ਦੇ ਅਹਿਦ ਲੈ ਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ, ਜਿਸ ਦੇ ਤਹਿਤ ਬੀਤੇ ਦਿਨੀ ਮਾਛੀਵਾੜਾ ਸ਼ਹਿਰ ਅੰਦਰ ਰੋਸ ਮੁਜ਼ਾਹਰਾ ਕਰਕੇ ਲੋਕਾਂ ਨੂੰ ਸੜਕਾਂ ਦੇ ਸੰਘਰਸ਼ ਨਾਲ ਜੋੜਨ ਦਾ ਉਪਰਾਲਾ ਵੀ ਕੀਤਾ ਗਿਆ। ਇਹ ਜਿੱਥੋਂ ਤੱਕ ਸਬ ਡਿਵੀਜ਼ਨ ਸਮਰਾਲੇ ਦੀਆਂ ਸੜਕਾਂ ਦੀ ਗੱਲ ਆ, ਸਾਰੀਆਂ ਸੜਕਾਂ ਦਾ ਹੀ ਬੁਰਾ ਹਾਲ ਆ। ਇੱਕ ਦੂਜੀ ਸੜਕ ਤੋਂ ਵੱਧ ਬੁਰਾ ਹਾਲ ਆ। ਜਿਹੜੀ ਇਹ ਸਮਰਾਲਾ ਮਾਛੀਵਾੜਾ ਨਵਾਂ ਸ਼ਹਿਰ ਸੜਕ ਆ, ਇਹਦਾ ਬੇਹੱਦ ਬੁਰਾ ਹਾਲ ਆ। ਤੇ ਜਿੱਥੋਂ ਤੱਕ ਇਹ ਸੜਕਾਂ ਦੀ ਸਮੱਸਿਆ ਹੈਗੀ ਆ, ਇਹ ਸਮੁੱਚੇ ਸਮਾਜ ਦੀ ਸਮੱਸਿਆ। ਇਹਦੇ ਵਿੱਚ ਬਾਰ ਐਸੋਸੀਏਸ਼ਨ ਸਮਰਾਲਾ ਪਹਿਲਾਂ ਵੀ ਜਦੋਂ ਵੀ ਕਦੇ ਵੀ ਕੋਈ ਸੜਕਾਂ ਦੀ ਜਾਂ ਹੋਰ ਕਿਸੇ ਸਮੱਸਿਆ ਦੀ ਗੱਲ ਹੁੰਦੀ ਆ ਤਾਂ ਇਕਜੁੱਟ ਹੋ ਕੇ ਪੂਰੇ ਜ਼ੋਰ ਸ਼ੋਰ ਨਾਲ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ, ਜਿਹੜੀਆਂ ਸਮਾਜ ਸੇਵੀ ਲੋਕ ਨੇ, ਜਿਹੜੇ ਡਿਵੋਟਡ ਨੇ ਇਸ ਕੰਮ ਲਈ, ਉਹਨਾਂ ਨਾਲ ਜੁੜ ਕੇ ਖੜਦੇ ਰਹੇ ਨੇ ਤੇ ਹੁਣ ਵੀ ਖੜੇ ਨੇ। ਤੇ ਜਿੱਥੋਂ ਤੱਕ ਅੱਜ ਵਾਲੀ ਗੱਲ ਆ, ਜਿਵੇਂ ਅਮਰਤ ਜੀ ਉਹਨਾਂ ਨੇ ਦੱਸਿਆ, ਐਸਡੀਐਮ ਸਾਹਿਬ ਨੇ ਪੋਜ਼ਿਟਿਵ ਹਾਂ ਪੱਖੀ ਹੁੰਗਾਰਾ ਭਰਿਆ, ਪਰ ਜਿਹੜੀ ਇਹ ਗੱਲ ਹੈਗੀ ਜਿੰਨੇ ਲੋਕ ਲੰਘਦੇ ਨੇ ਸੜਕਾਂ ਤੋਂ, ਮੈਂ ਖੁੱਲ੍ਹ ਕੇ ਕਹਿਣਾ ਚਾਹੁੰਦਾ ਕਿ ਜਿਵੇਂ ਗੁਜਰਾਤ ਦੇ ਵਿੱਚ ਪੁਲ ਵਾਲੀ ਗੱਲ ਹੋਈ ਆ, ਉਹ ਗੱਲ ਸਾਡੇ ਸਮਰਾਲਾ ਸਬ ਡਿਵੀਜ਼ਨ ਦੀਆਂ ਸੜਕਾਂ ਦੇ ਵਿੱਚ ਲਗਾਤਾਰ 24 ਘੰਟੇ ਖਤਰਾ ਬਣਿਆ ਰਹਿੰਦਾ। ਕਿਤੇ ਇਹੋ ਜਿਹੀ ਗੱਲ ਨਾ ਹੋਵੇ ਕਿ ਗੱਲ ਹੋਈ ਤੋਂ ਬਾਅਦ ਪਛਤਾਈਏ। ਅਜੇ ਵੀ ਸਮਾਂ ਹੈਗਾ ਕਿ ਅਸੀਂ ਇਹਨੂੰ ਪ੍ਰਾਇਰਟੀ ਬੇਸ ਦੇ ਉੱਤੇ ਸੜਕਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ, ਜਿਹੜੇ ਸੰਬੰਧਿਤ ਮਹਿਕਮੇ ਹੈਗੇ ਆ, ਜਿਹੜੇ ਵਾਹ ਵਾਸਤਾ ਲੋਕ ਨੇ, ਉਹ ਸਮਾਜ ਨੂੰ ਇਸ ਤਰ੍ਹਾਂ ਦੀ ਪਨਿਸ਼ਮੈਂਟ ਨਾ ਦੇਣ ਕਿ ਸੜਕਾਂ ਦੇ ਉੱਤੇ ਇਹੋ ਜਿਹਾ ਖੌਅ ਬਣਿਆ ਰਹੇ, ਖਤਰਾ ਬਣਿਆ ਰਹੇ, ਜਿਹਦੇ ਨਾਲ ਮਾਲੀ ਤੇ ਜਾਨੀ ਨੁਕਸਾਨ ਹੋ ਰਿਹਾ ਤੇ ਵੱਡੇ ਨੁਕਸਾਨ ਦਾ ਬੇਹੱਦ ਵੱਡਾ ਖਤਰਾ ਉਹ ਜਿਹੜਾ ਹੈਗਾ ਲਟਕ ਰਿਹਾ ਹੈਗਾ। ਸਮਰਾਲਾ ਅੱਜ ਮਾਤਾ ਗੁਰਦੇਵ ਕੌਰ ਸ਼ਾਹੀ ਸਪੋਰਟਸ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਵਿਖੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਵੱਲੋਂ ਇੰਟਰ ਕਾਲਜ ਕੁਸ਼ਤੀ ਮੁਕਾਬਲੇ ਕਰਵਾਏ ਗਏ। ਇਸ ਵਿੱਚ ਵੱਖੋ ਵੱਖਰੀ ਫਿਜ਼ੀਕਲ ਕਾਲਜਾਂ, ਜਿਨ੍ਹਾਂ ਵਿੱਚ ਰਾਇਲ ਕਾਲਜ ਫਿਜ਼ੀਕਲ ਬੋੜਾਵਾਲ ਮਾਨਸਾ, ਗੌਰਮੈਂਟ ਫਿਜ਼ੀਕਲ ਕਾਲਜ ਪਟਿਆਲਾ, ਗੌਰਮੈਂਟ ਸਪੋਰਟਸ ਕਾਲਜ ਜਲੰਧਰ, RSKR ਫਿਜ਼ੀਕਲ ਐਜੂਕੇਸ਼ਨ ਕਾਲਜ ਭਾਗੋ ਮਾਜਰਾ, ਖਾਲਸਾ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਅੰਮ੍ਰਿਤਸਰ ਕਾਲਜਾਂ ਦੇ ਲੜਕਿਆਂ ਨੇ ਗ੍ਰੀਕੋ ਰੋਮਨ ਅਤੇ ਫ੍ਰੀ ਸਟਾਈਲ ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਏ ਗਏ। ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਚਕਰੌਦੀ ਦੀਆਂ ਗਰਾਊਂਡਾਂ ਦੇ ਵਿੱਚ ਅੱਜ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦਾ ਇੰਟਰ ਕਾਲਜ ਰੈਸਲਿੰਗ ਮੁਕਾਬਲੇ ਹੋਏ ਹੈ, ਜਿਨ੍ਹਾਂ ਦੇ ਵਿੱਚ ਕਰੀਬ 8-7 ਫਿਜ਼ੀਕਲ ਕਾਲਜਾਂ ਤੇ ਇੱਕ ਮਹਾਰਾਜਾ ਭੁਪਿੰਦਰ ਸਿੰਘ ਯੂਨੀਵਰਸਿਟੀ ਕੈਂਪਸ ਦੇ ਖਿਡਾਰੀਆਂ ਨੇ ਹਿੱਸਾ ਲਿਆ ਹੈ। ਫ੍ਰੀ ਸਟਾਈਲ ਤੇ ਰੀਕੋ ਰੋਮਨ ਸਟਾਈਲ ਦੇ ਵਿੱਚ ਕਰੀਬ 22 ਪਲੇਅਰ ਵੱਖੋ ਵੱਖਰੀਆਂ ਸੰਸਥਾਵਾਂ ਤੋਂ ਆਏ ਹੈ ਤੇ ਜਿਨ੍ਹਾਂ 'ਚ ਨੀਅਰ ਅਬਾਊਟ 14 ਕੁ ਲੜਕੀਆਂ ਨੇ ਵੀ ਪਾਰਟਿਸਿਪੇਟ ਕੀਤਾ ਹੈ ਤੇ ਬਹੁਤ ਹੀ ਫਸਵੇਂ ਮੁਕਾਬਲੇ ਹੋਏ ਹੈ। ਤੇ ਇਹ ਆਸ ਹੈ ਕਿ ਜਿਹੜੇ ਪਹਿਲਵਾਨ ਅੱਜ ਇੱਥੇ ਜਿੱਤੇ ਨੇ
ਉਹਨਾਂ ਲਈ ਯੂਨੀਵਰਸਿਟੀ ਦੇ ਕੈਂਪ ਲੱਗਣਗੇ, ਆਲ ਇੰਡੀਆ ਇੰਟਰਵਰਸਿਟੀ 'ਚ ਪਾਰਟਿਸਿਪੇਟ ਕਰਨਗੇ। ਤੇ ਅਸੀਂ ਇਹ ਆਸ ਰੱਖਦੇ ਹਾਂ ਕਿ ਸਾਡੇ ਵਾਈਸ ਚਾਂਸਲਰ ਸ੍ਰੀ ਜਗਵੀਰ ਸਿੰਘ ਜੀ ਚੀਮਾ ਜੀ ਦੀ ਅਗਵਾਈ ਦੇ ਵਿੱਚ ਇਸ ਯੂਨੀਵਰਸਿਟੀ ਦੇ ਰੈਸਲਰ ਆਲ ਇੰਡੀਆ ਇੰਟਰਵਰਸਿਟੀ 'ਚੋਂ ਮੈਡਲ ਜਿੱਤ ਕੇ ਆਉਣਗੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਉਹ ਯੂਨੀਵਰਸਿਟੀ ਹੈ ਜਿਹਨੇ ਪੰਜਾਬ ਦੇ ਅੰਦਰ ਇੱਕ ਮੀਲ ਪੱਥਰ ਗੱਡਿਆ ਹੈ ਕਿ ਜਿੱਥੇ ਸਪੋਰਟਸ ਨੂੰ ਪ੍ਰਮੋਟ ਕਰਨਾ ਹੈ ਉੱਥੇ ਨਾਲ ਦੀ ਨਾਲ ਹੀ ਕੋਚਿੰਗ ਡਿਪਲੋਮੇ, ਫਿਜ਼ੀਕਲ ਐਜੂਕੇਸ਼ਨ ਦੀਆਂ ਡਿਗਰੀਆਂ, ਡਿਪਲੋਮੇ, BPEd, DPEd, MPEd ਵਗੈਰਾ ਦੇ ਕੋਰਸ ਕਰਵਾ ਕੇ ਤੇ ਪੰਜਾਬ ਦੇ ਨੂੰ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਵੀ ਪ੍ਰੋਵਾਈਡ ਕਰਨੇ ਹੈ। ਜਿੱਦਾਂ NES ਕੋਚਿੰਗ ਡਿਪਲੋਮੇ ਕਰਵਾਉਂਦੀ ਸੀਗੀ, ਉਸੇ ਤਰਜ਼ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਭਾਵਨਾ ਹੈਗੀ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟ ਯੂਨੀਵਰਸਿਟੀ ਕੋਚਿੰਗ ਡਿਪਲੋਮੇ ਸ਼ੁਰੂ ਕਰੂਗੀ, ਜਿਹੜੇ ਪੰਜਾਬ ਦੇ ਅੰਦਰ ਬਲਾਕ ਲੈਵਲ ਤੇ, ਜ਼ਿਲ੍ਹਾ ਲੈਵਲ ਤੇ, ਸਟੇਟ ਲੈਵਲ ਤੇ ਕੰਮ ਕਰਨਗੇ। ਤੇ ਵੈਸੇ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਤੇ ਉਹਨਾਂ ਦੀ ਸਰਕਾਰ, ਖਾਸ ਕਰਕੇ ਸਾਡੇ ਸਪੋਰਟਸ ਮਿਨਿਸਟਰ ਗੁਰਮੀਤ ਸਿੰਘ ਜੀ ਮੀਤ ਹੇਅਰ, ਜੋ ਪਿਛਲੇ ਦਿਨੀ ਇੱਥੇ ਸਾਡੇ ਕੋਲ ਬੇਸਬਾਲ ਨੈਸ਼ਨਲ ਕੰਪੀਟੀਸ਼ਨ ਤੇ ਆ ਕੇ ਵੀ ਗਏ ਹੈ। ਤੇ ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਪਿੰਡ ਪੱਧਰ ਤੇ ਛੋਟੇ ਬੱਚਿਆਂ ਨੂੰ ਪ੍ਰਾਇਮਰੀ ਸਕੂਲਾਂ ਤੋਂ ਫੜ ਕੇ ਕਿ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਅੱਗੇ ਗਾਂ ਬਲਾਕ ਲੈਵਲ ਤੇ, ਜ਼ਿਲ੍ਹਾ ਲੈਵਲ ਤੇ, ਸਟੇਟ ਲੈਵਲ ਤੋਂ ਨੈਸ਼ਨਲ ਲੈਵਲ ਤੇ ਖਿਡਾ ਕੇ ਤੇ ਅੰਤਰਰਾਸ਼ਟਰੀ ਖਿਡਾਰੀ ਜਿਹੜੇ ਪੈਦਾ ਕਰਨੇ ਆ। ਕਰੋੜਾਂ ਰੁਪਈਆ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਵੰਡਿਆ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਇਹ ਆਸ ਰੱਖਦੇ ਹਾਂ ਕਿ ਜਿੱਥੇ ਰੈਸਲਿੰਗ ਨੂੰ ਡਿਵੈਲਪ ਕਰਨਾ ਹੈ ਉੱਥੇ ਬਾਕੀ ਸਾਰੀਆਂ ਖੇਡਾਂ ਨੂੰ ਡਿਵੈਲਪ ਕਰਨਾ ਹੈ। ਤੇ ਇੱਕ ਖਾਸ ਚੀਜ਼ ਜੋ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਪ੍ਰਾਇਮਰੀ ਸਕੂਲਾਂ 'ਚ ਫਿਜ਼ੀਕਲ ਟੀਚਰ ਤੇ ਬਲਾਕ ਲੈਵਲ ਤੇ ਸਪੋਰਟਸ ਕੋਚ ਦੇਣ ਦੀ ਪਲਾਨ ਕਰ ਰਹੀ ਹੈ। ਸੋ ਅਸੀਂ ਇਹ ਸਾਰੇ ਨਾਲ ਵੈਲਕਮ ਕਰਦੇ ਹਾਂ। ਆਪਸੀ ਭਾਈਚਾਰੇ ਸਾਂਝ ਏਕਤਾ ਬਣਾਈ ਰੱਖਣ ਦੇ ਮਤਲਬ ਨਾਲ ਰਾਜਸਥਾਨ ਤੋਂ ਸ਼ੁਰੂ ਹੋ ਕੇ 4 ਸਟੇਟਾਂ ਵਿੱਚ ਜਾਣ ਵਾਲੀ ਸਾਂਝੀਵਾਲਤਾ ਯਾਤਰਾ ਪਹੁੰਚੀ ਨਾਭਾ। ਇਸ ਯਾਤਰਾ ਵਿੱਚ ਨਾਭਾ ਪਹੁੰਚਣ ਤੇ ਧਾਰਮਿਕ ਅਤੇ ਸਮਾਜਿਕ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਹ ਯਾਤਰਾ ਸਭ ਤੋਂ ਪਹਿਲਾਂ ਵਾਲਮੀਕੀ ਸਾਹਿਬ ਮਹਾਰਾਜ ਜੀ ਦੇ ਮੰਦਿਰ ਪਹੁੰਚੀ ਅਤੇ ਉੱਥੋਂ ਸ਼ਹਿਰ ਵਿੱਚ ਦੀ ਹੁੰਦੀ ਹੋਈ ਪਟਿਆਲਾ ਗੇਟ ਸਮਾਪਤ ਹੋਈ। ਇਹ ਸਾਂਝੀਵਾਲਤਾ ਦਾ ਹੀ ਸੰਦੇਸ਼ ਦਿੰਦੇ ਹੋਏ ਅੱਗੇ ਚੱਲ ਰਹੀ ਹੈ। ਭਾਰਤੀ ਜਿਹੜਾ ਆਪਣਾ ਇੱਕ ਅੰਦੋਲਨ, ਸੰਤਾਂ ਦਾ ਅੰਦੋਲਨ ਚੱਲਿਆ ਸੀ ਜਿਸ ਨੂੰ ਭਗਤੀ ਅੰਦੋਲਨ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਉਸ ਅੰਦੋਲਨ ਦੇ ਅੰਦਰ ਸੰਤਾਂ ਨੇ ਸਮਾਜ ਵਿੱਚ ਆਈਆਂ ਕੁਰੀਤੀਆਂ ਨੂੰ ਦੂਰ ਕਰਨ ਦੇ ਵਾਸਤੇ ਉਹ ਭਗਤੀ ਅੰਦੋਲਨ ਚਲਾਇਆ ਸੀ। ਉਸ ਅੰਦੋਲਨ ਕਰਕੇ ਅਸੀਂ ਦੁਬਾਰਾ ਤੋਂ ਮੁਗਲਾਂ ਨੂੰ, ਅੰਗਰੇਜ਼ਾਂ ਨੂੰ ਹਾਰ ਦੇ ਕੇ ਦੁਬਾਰਾ ਤੋਂ ਸਾਡਾ ਰਾਜ ਸਥਾਪਿਤ ਹੋਇਆ ਸੀ। ਲੇਕਿਨ ਸਮੇਂ ਦੇ ਨਾਲ ਨਾਲ ਫਿਰ ਤੋਂ ਉਹ ਕੁਰੀਤੀਆਂ, ਉਹ ਕਮੀਆਂ ਸਾਡੇ ਅੰਦਰ ਫਿਰ ਤੋਂ ਆਉਣੀਆਂ ਸ਼ੁਰੂ ਹੋ ਗਈਆਂ, ਜਿਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੰਤਾਂ ਨੇ ਫਿਰ ਤੋਂ ਇਹ ਉਪਰਾਲਾ ਜਿਹੜਾ ਸ਼ੁਰੂ ਕੀਤਾ ਹੈ ਕਿ ਉਹਨਾਂ ਨੂੰ ਯਾਦ ਕਰਾਇਆ ਜਾਵੇ ਕਿ ਅਸੀਂ ਸਭੇ ਇੱਕੋ ਹੀ ਭਾਰਤ ਦੀ ਸੰਤਾਨ ਹਾਂ, ਭਾਰਤ ਮਾਤਾ ਦੇ ਪੁੱਤਰ ਹਾਂ ਔਰ ਇੱਕ ਪਰਮ ਪਿਤਾ ਪਰਮਾਤਮਾ ਦੀ ਸੰਤਾਨ ਹੈ। ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿਸੇ ਬਾਹਰਾ ਜੀਓ, ਏਕ ਨੂਰ ਤੇ ਸਭ ਜਗ ਉਪਜਿਆ, ਕਵਨ ਭਲੇ ਕੋ ਮੰਦੇ। ਮਾਮਲਾ ਗੁਰਦਾਸਪੁਰ ਦੇ ਪਿੰਡ ਦੱਬਾਵਾਲ ਤੋਂ ਸਾਹਮਣੇ ਆ, ਜਿੱਥੇ ਇੱਕ ਪਿੰਡ ਦੇ ਵਿਅਕਤੀ ਵੱਲੋਂ ਹੱਥ ਵਿੱਚ ਪੈਟਰੋਲ ਦੀ ਬੋਤਲ ਫੜ ਕੇ ਮੋਬਾਈਲ ਟਾਵਰ ਉੱਤੇ ਚੜ੍ਹ ਕੇ ਕੀਤੀ ਗਈ ਹਾਈ ਵੋਲਟੇਜ ਡਰਾਮਾ। ਆਰੋਪ ਹਨ ਕਿ ਪਿੰਡ ਦੇ ਹੀ ਮੌਜੂਦਾ ਕਾਂਗਰਸੀ ਸਰਪੰਚ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਮੇਰੇ ਵੱਲੋਂ ਮਨਰੇਗਾ ਵਿੱਚ ਕੰਮ ਕੀਤਾ ਗਿਆ ਹੈ, ਜਿਸ ਦਾ ਮਿਹਨਤਾਨਾ ਮੇਰੇ ਖਾਤੇ ਵਿੱਚ ਨਹੀਂ ਆਇਆ ਹੈ ਅਤੇ ਸਰਪੰਚ ਵੱਲੋਂ ਉਸ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦੀ ਜਾਂਚ ਵਿਭਾਗ ਨੂੰ ਕਰਨ ਲਈ ਅਰਜ਼ੀ ਵੀ ਦਿੱਤੀ ਗਈ ਸੀ, ਪਰ ਸਰਪੰਚ ਵੱਲੋਂ ਪੁਲਿਸ ਦਾ ਪ੍ਰੈਸ਼ਰ ਪਵਾ ਕੇ ਹਰ ਰੋਜ਼ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਰਜਿੰਦਰ ਸਿੰਘ ਨੰਬਰਦਾਰ ਜੀ, ਕੀ ਮਸਲਾ ਕੀ ਹੈ ਤੁਹਾਡੇ ਪਿੰਡ ਦੇ ਵਿੱਚ? ਇਹ ਜੀ ਇਹਨਾਂ ਦੀ ਨਾ ਪਹਿਲੋਂ ਇਹਨਾਂ ਮੁੰਡੇ ਨੇ ਨਰੇਗਾ ਦੇ ਵਿੱਚ ਸਰਪੰਚ ਦੇ ਨਾਲ ਕੰਮ ਕੀਤਾ ਹੈ। ਇਹਦੀ ਸਰਪੰਚ ਦੀ ਇਨਕੁਆਇਰੀ ਲਿਖਵਾਈ ਹੈ, ਡਿਪਟੀ ਡਾਇਰੈਕਟਰ ਜਲੰਧਰ ਕੋਲ ਚੱਲ ਰਹੀ ਆ। ਉਹਦੇ ਸਬੰਧ ਦੇ ਵਿੱਚ ਇਹਨਾਂ ਦੀ ਰੰਜਿਸ਼ ਚੱਲਣ ਦਾ ਵੀ ਰੰਜਿਸ਼ ਤੇ ਚੱਲਦਿਆਂ ਮੁੜ ਕੇ ਇਹਨੇ ਕਹਿ ਦਿੱਤਾ ਜੀ ਮੈਂ ਇਹਦੇ ਕੋਲ 18000 ਰੁਪਇਆ ਲੈਣਾ ਤੇ ਇਹਨੇ ਇਹਦੇ ਤੇ ਦਰਖਾਸਤਾਂ ਦਿੱਤੀਆਂ। 4-5 ਵਾਰ ਅਸੀਂ ਥਾਣੇ ਵੀ ਗਏ ਆ, ਇਹ ਨਹੀਂ ਜਾਂਦਾ ਰਿਹਾ। ਕੱਲ ਇਹ ਗਿਆ ਤੇ ਉੱਥੋਂ ਫੋਨ ਕੀਤਾ ਵੀ ਮੈਂ ਥਾਣੇ ਆਓ, ਕਹਿੰਦਾ ਵੀ ਮੈਂ ਤੇ ਕੰਮ ਤੇ ਮਿਸਤਰੀ ਦਾ ਕੰਮ ਕਰਦਾ, ਇਹਨੂੰ ਧਮਕੀਆਂ ਦਿੰਦਾ ਹੈ, ਉਹ ਕਰ ਦੇਣਾ ਜੇ ਕਰ ਦੇਣਾ। ਤੇ ਇਹਦੇ ਸਬੰਧ ਦੇ ਵਿੱਚ ਹੀ ਕਹਿੰਦਾ ਮੈਂ ਸੁਸਾਈਡ ਕਰ ਲੈਣੀ ਹੈ, ਜਿਹਦਾ ਕਹਿੰਦਾ ਜ਼ਿੰਮੇਵਾਰ ਜਿਹੜਾ ਕੁਲਜਿੰਦਰ ਸਿੰਘ ਸਰਪੰਚ ਹੋਊਗਾ।
ਸੁਬਾਹ ਇਨਫੋਰਮੇਸ਼ਨ ਮਿਲੀ ਸੀ ਵੀ SHO ਸਾਹਿਬ ਗਏ ਹਾਈ ਕੋਰਟ, ਉਹਨਾਂ ਕਹੇ ਸੀ ਵੀ ਇੱਕ ਬੰਦਾ ਟਾਵਰ ਤੇ ਚੜ੍ਹ ਗਿਆ ਦਾਬਾਂ ਵਾਲੇ ਦਾ, ਮੌਕੇ 'ਤੇ ਜਾਓ। ਅਸੀਂ ਤੁਰੰਤ 5 ਮਿੰਟ 'ਚ ਹੀ ਪਹੁੰਚ ਗਏ ਇੱਥੇ। ਇਹ ਚੜ੍ਹਿਆ ਸੀ ਟਾਵਰ ਤੇ, ਇਹਨੂੰ ਪਿੰਡ ਦੇ ਸਹਿਯੋਗ ਨਾਲ ਇਹਨੂੰ ਸਰਪੰਚ ਨੇ ਵੀ ਗੱਲ ਕੀਤੀ, ਇਹਦੀ ਵੀ ਗੱਲ ਸੁਣੀ ਆ ਟਾਵਰ ਰਾਹੀਂ, ਮੋਬਾਈਲ ਫੋਨ ਰਾਹੀਂ, ਤੇ ਇਹਨੂੰ ਕਿਹਾ ਵੀ ਥੱਲੇ ਆ, ਤੇਰੀ ਜੋ ਵੀ ਗੱਲਬਾਤ ਆ ਉਹਨੂੰ ਪਹਿਲ ਦੇ ਆਧਾਰ ਤੇ ਮਤਲਬ ਨਿਰਪੱਖਤਾ ਨਾਲ ਸੁਣ ਕੇ ਤੇ ਉਹਦਾ ਫੈਸਲਾ ਕਰਾਂਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਹੁੰਚੇ ਫਰੀਦਕੋਟ ਕਿਸਾਨ ਧਰਨੇ ਵਿੱਚ, ਜਿੱਥੇ ਮਰਨ ਵਾਸਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਸਮੇਂ ਸਿਰ ਹੱਲ ਕਰ ਲਈਆਂ ਜਾਣਗੀਆਂ। ਉਹਨਾਂ ਨੇ ਅੱਜ ਧਰਨੇ 'ਤੇ ਬੈਠੇ ਕਿਸਾਨਾਂ ਦਾ ਹਾਲ ਚਾਲ ਪੁੱਛਿਆ। ਪ੍ਰਧਾਨ ਜੀ, ਅੱਜ ਪੰਜਾਬ ਦੇ ਸਪੀਕਰ ਆਏ ਸੀ ਤੁਹਾਡੇ ਕੋਲ, ਕੀ ਕਹਿ ਕੇ ਗਏ ਆ, ਕੀ ਆਸ਼ਵਾਸਨ ਦਵਾਇਆ ਗਿਆ? ਦੇਖੋ, ਤੁਸੀਂ ਵੀ ਸਾਰੇ, ਆਪਾਂ ਸਾਰਿਆਂ ਨੇ ਦੇਖਿਆ ਸੁਣਿਆ, ਇੱਕ ਆ ਗਏ। ਮੈਨੂੰ ਤਾਂ ਇਹ ਲੱਗਿਆ ਵੀ ਜਿਵੇਂ ਇਲਾਕੇ ਦੇ ਵਿੱਚ ਐਂ ਜੇ ਹੁੰਦਾ ਨਹੀਂਗਾ ਵੀ ਸ਼ਰੀਕੇ ਦੇ ਵਿੱਚ ਜਾਏ ਬਿਨਾਂ ਸਰਨਾ ਨਹੀਂ। ਸਿਰਫ ਮੈਨੂੰ ਲੱਗਦਾ ਇੰਨੀ ਕੁ ਜੇ ਉਹਦੀ ਗੱਲਬਾਤ ਸੀ ਵੀ ਨਾ ਤਾਂ ਮੈਂ ਸਰਕਾਰ ਨੂੰ ਕੁਝ ਕਹਿ ਸਕਦਾ ਹੈ, ਨਾ ਮੇਰੇ ਕੋਲ ਕੋਈ ਮਹਿਕਮਾ, ਨਾ ਮੇਰੇ ਕੋਲ ਕੋਈ ਡਿਪਾਰਟਮੈਂਟ ਹੈ। ਮੈਂ ਤੁਹਾਡੀ ਗੱਲ ਪਹੁੰਚਾਊਂਗਾ, ਗੱਲ ਕਰਾਂਗੇ। ਕੋਈ ਮੁੱਖ ਮੰਤਰੀ ਸਾਹਿਬ ਨਾਲ ਜਾਂ ਕਿਸੇ ਨਾਲ ਗੱਲਬਾਤ ਕਰਕੇ ਆਈ ਹੈ ਪਹਿਲਾਂ? ਉਹਨਾਂ ਨੇ ਕੋਈ ਇਹ ਜੀ ਗੱਲ? ਨਹੀਂ, ਕੋਈ ਇਹ ਜੀ ਗੱਲ ਨਹੀਂ ਉਹਨਾਂ ਨੇ ਕੀਤੀ। ਇਹ ਵਿਸ਼ੇ ਵੱਲੋਂ ਆਏ ਪਰਸਨਲੀ ਆਏ ਸੀ? ਨਹੀਂ, ਜਿਹੜਾ ਮੈਨੂੰ ਰੁੱਖ ਲੱਗਿਆ ਉਹ ਇਹ ਲੱਗਿਆ ਕਿ ਪਰਸਨਲੀ ਆਏ ਆ, ਕਿਉਂਕਿ ਸਰਕਾਰ ਵੱਲੋਂ ਆਏ ਹੁੰਦੇ ਸਰਕਾਰ ਵਾਲੀ ਕੋਈ ਗੱਲ ਕਰਦੇ ਮੇਰੇ ਨਾਲ, ਉਹ ਤਾਂ ਕੋਈ ਗੱਲ ਨਹੀਂ। ਉਹਨਾਂ ਦੀ ਤਾਂ ਇਹ ਸੀ ਗੱਲ ਵੀ ਮੈਂ ਤਾਂ ਤੁਹਾਡਾ, ਤੁਸੀਂ ਭਾਈ ਇਲਾਕਾ ਹੈ, ਮੈਂ ਭਾਈਚਾਰਾ ਹੈ, ਮੈਂ ਤੁਹਾਡੇ ਕੋਲੇ ਮਿਲਣਾ ਹੈ। ਤੇ ਉਹ ਮਿਲੇ ਦਾ ਕੋਈ ਫਾਇਦਾ ਹੈਗਾ ਇਸ ਤਰੀਕੇ? ਦੇਖੋ, ਮਿਲੇ ਦਾ ਜੇ ਤਾਂ ਹੁਣ ਇਹਦੀ ਹਿੰਮਤ ਹੋਈ ਉੱਥੇ ਗੱਲ ਕਰ ਲਈ ਤਾਂ ਹੋ ਸਕਦਾ ਸਾਡੀ ਗੱਲ ਚੱਲ ਜੇ, ਨਹੀਂ ਤਾਂ ਜੇ ਤਰੀਕੇ ਨਾਲ ਉਹ ਇੰਨੀ ਕਹੇ ਜ਼ਰੂਰ ਗਏ ਵੀ ਅਸੀਂ ਗੱਲ ਕਰਾਂਗੇ, ਹੱਲ ਕਰਨ ਵਾਲੇ ਪਾਸੇ ਨੂੰ ਤੋਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਇਹ ਦੇਖਦੇ ਆਪਾਂ ਨੂੰ ਪਤਾ ਲੱਗੂਗਾ ਕੀ ਕਰਦੇ ਨੇ। ਦੋਵੇਂ ਕਿਡਨੀਆਂ ਫੇਲ ਹੋਣ ਤੋਂ ਬਾਅਦ ਵੀ ਹੁਸ਼ਿਆਰਪੁਰ ਦੀ ਟਾਂਡਾ ਦੀ ਰਾਧਿਕਾ ਨੇ ਹਿੰਮਤ ਨਾ ਹਾਰੀ ਅਤੇ ਦੂਸਰੀ ਵਾਰ ਨੀਟ ਦਾ ਇਮਤਿਹਾਨ ਪਾਸ ਕਰ ਲਿਆ ਅਤੇ ਹੁਣ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆ ਮੈਡੀਕਲ ਸਾਇੰਸ ਅੰਮ੍ਰਿਤਸਰ ਵਿੱਚ ਦਾਖਲਾ ਵੀ ਲੈ ਲਿਆ। ਰਾਧਿਕਾ ਨੇ ਸੰਨ 2020 ਵਿੱਚ ਨੀਟ ਪਾਸ ਕੀਤਾ ਸੀ। ਜ਼ਿਕਰਯੋਗ ਹੈ ਰਾਧਿਕਾ ਦੀਆਂ ਦੋਵੇਂ ਕਿਡਨੀਆਂ 92% ਖਰਾਬ ਹੋ ਚੁੱਕੀਆਂ ਸਨ ਅਤੇ ਮਾਂ ਨੇ ਕਿਡਨੀ ਦਾਨ ਕੀਤੀ ਸੀ। ਉਸ ਤੋਂ ਬਾਅਦ 3 ਮਹੀਨੇ ICU ਵਿੱਚ ਰਹਿਣ ਤੋਂ ਬਾਅਦ ਵੀ ਰਾਧਿਕਾ ਨੇ ਨੀਟ ਦੇ ਇਮਤਿਹਾਨ ਵਿੱਚੋਂ 977ਵਾਂ ਸਥਾਨ ਹਾਸਲ ਕੀਤਾ ਅਤੇ ਰਾਧਿਕਾ ਨੇ ਕਿਹਾ ਕਿ ਉਹ ਚੰਗੀ ਡਾਕਟਰ ਬਣ ਕੇ ਦਿਖਾਵੇਗੀ। मेरे पास कोई खुशी का ठिकाना ही नहीं है, हालांकि बस मैं थोड़ी सी उम्मीद करती, अगर थोड़ी सी मेहनत और की होती तो शायद मुझे गवर्नमेंट सीट मिल जाती और मैं जैसे ज़्यादा खुश होती। अभी भी मैं बहुत खुश हूँ और मैंने 100 डेज़ पहले तैयारी स्टार्ट की थी, तैयारी की है। मेरा 2022 में नीट में और पंजाब रैंक 977 है और ऑल इंडिया रैंक 63622 है और मुझे श्री गुरु रामदास कॉलेज ऑफ मेडिकल साइंसेज अलॉट हुआ है। और जब मेरा 2020 बैच की हूँ मैं ऑफिशियली, तो मेरे पढ़ाई में जैसे 2 साल का गैप पड़ गया तो बहुत बुरा लगता था। जैसे सारे फ्रेंड्स आगे चले गए हैं, खुद पीछे रह गए, उनको कॉलेज में देखते हुए, कॉलेज में लाइक दे आर हैविंग देयर बेस्ट लाइफ एंड उसके बाद फिर वो भी बहुत डिफ़िकल्ट था। जैसे जब मैं तैयारी कर रही थी तो मेरा सर्जरी हुई थी 23 सितंबर 2021 को। उसके बाद जैसे सारा टाइम कमरे में रहना, 6 मंथ्स तक मैं रूम में रही हूँ, मुझे बाहर नहीं आने देते थे मेरे पेरेंट्स, अंदर ही रही हूँ, अंदर ही मैंने स्टार्ट किया सब कुछ। और पहले तो मैंने बीच में छोड़ भी दिया था कि हाँ नहीं करना। बाद में अचानक से एक वीडियो नोटिफिकेशन आया था कि हाँ 100 डेज़ लेफ्ट फॉर नीट। उसके बाद तो ਇੰਨੀਆਂ ਮੁਸ਼ਕਿਲਾਂ ਆਈਆਂ ਇੱਕ ਮਾਂ ਲਈ ਤਾਂ ਜਾਨੀ ਪੈਰਾਂ ਤੋਂ ਜ਼ਮੀਨ ਨਿਕਲਣ ਦਾ ਹਿਸਾਬ ਹੋ ਗਿਆ ਸੀ। ਜਦੋਂ ਇਹਨੇ ਨੀਟ ਦਾ ਪੇਪਰ ਕਲੀਅਰ ਕੀਤਾ 2021 ਵਿੱਚ ਤੇ ਉਹਦੇ ਵਿੱਚ ਤੈਨੂੰ ਆਦੇਸ਼ 'ਚ ਸੀਟ ਮਿਲ ਗਈ ਸੀ। ਆਪਾਂ ਤਾਂ ਖੁਸ਼ੀ ਦਾ ਟਿਕਾਣਾ ਲੱਭਦੇ ਪਏ ਸੀ, ਲੇਕਿਨ ਉਸੇ ਵਿੱਚ ਹੀ ਮੈਨੂੰ ਪਤਾ ਲੱਗ ਗਿਆ ਕਿ ਤਬੀਅਤ ਖਰਾਬ ਹੋ ਗਈ ਸੀ। ਫਟਾਫਟ ਹਸਪੀਟਲ ਲੈ ਗਏ, ਉੱਥੇ ਮੈਨੂੰ ਪਤਾ ਲੱਗਾ ਇਹਦੀ ਕਿਡਨੀ ਫੇਲ ਹੋ ਗਈਆਂ ਔਰ ਇੰਨੀ ਜਲਦੀ ਕੰਮ ਬਣਿਆ ਕਿ ਮੈਂ ਤੁਹਾਨੂੰ ਦੱਸ ਆਪਣੀ ਖੁਸ਼ੀ ਕਰਾਂ ਕਿ ਕੀ ਸਮਝ ਨਹੀਂ ਆਇਆ ਹੋਇਆ ਕੀ ਹੈ। तो उस तो बाद मैं जो असी हॉस्पिटल गए उत्थे उन्होंने दस्सिया 92% ਇਹਦੀ किडनी खराब हो गई है तो जोड़ा क्रेटनाइन बहुत जल्दी बढ़ता पे, तुसी एमरजेंसी का ऑपरेशन कराओ। और मेरा तो मेरे हसबैंड का कुछ समझ नहीं आता सी की करिए, पर जो फिर ਇਹਦਾ ऑपरेशन होया तो असी इन्हूं कहा कि तू अगों हुण नहीं पढ़ना, बस सुपना अपने सानू तू चाहिए, सानू मतलब कि ये नहीं चाहिए कि इन्हें ਇਹਦਾ जो ऑपरेशन हो गया बड़ी मुश्किल दे नाल ਇਹਦਾ ऑपरेशन होया, बड़ा
ਬੜੀ ਔਖਾ ਸੀ। ਡਾਕਟਰ ਦੀ ਵੀ ਬਹੁਤ ਆ, ਉਹਨਾਂ ਨੇ ਕਿਹਾ ਸੀ ਕਿ ਮਤਲਬ ਕਿ ਜਦੋਂ ਇੰਨਾ ਕ੍ਰੈਟਨਾਈਨ ਪਹੁੰਚਿਆ ਹੋਇਆ ਤਾਂ ਆਪਰੇਸ਼ਨ ਅਸੀਂ ਕਰਾਂਗੇ, ਤੁਸੀਂ ਅੱਗੇ ਬਾਕੀ ਭਗਵਾਨ 'ਤੇ ਛੱਡੋ। ਮਾਤਾ ਰਾਣੀ 'ਤੇ ਬਹੁਤ ਵਿਸ਼ਵਾਸ ਸੀ, ਮਾਤਾ ਰਾਣੀ ਨੇ ਇਹਨੂੰ ਬਚਾ ਕੇ ਰੱਖਿਆ। ਉਹਦੀ ਹੀ ਕਿਰਪਾ ਦੇ ਨਾਲ ਅੱਜ ਮੈਨੂੰ ਇਹ ਦਿਨ ਦੇਖਣਾ ਪਿਆ ਵਾ। ਔਰ ਮੈਂ ਸਾਰੇ ਸ਼ੁਕਰੀਆ ਅਦਾ ਕਰਦੀ ਹਾਂ ਕਿ ਇਹਨੇ ਜਦੋਂ ਇਹਦਾ ਆਪਰੇਸ਼ਨ ਹੋ ਗਿਆ ਅਤੇ ਇਹ ਇੱਕ ਕਮਰੇ ਵਿੱਚ ਲੁੱਕ ਗਈ ਸੀਗੀ, ਡੱਕ ਦਿੱਤਾ ਸੀ 6 ਮਹੀਨੇ। 6 ਮਹੀਨੇ ਦੇ ਅੰਦਰ ਰੋਜ਼ ਇੱਕ ਪੇਜ ਲਿਖਦੀ ਸੀ, ਉੱਤੇ ਆਪਣਾ ਏਮ ਲਿਖਦੀ ਸੀ, ਰੋਜ਼ ਇੱਕ ਪੇਜ ਲਿਖਦੀ ਸੀ, ਉੱਤੇ ਆਪਣਾ ਏਮ ਲਿਖਦੀ ਸੀ। ਔਰ ਮੇਰੇ ਦਿਲ ਨੂੰ ਇੰਨਾ ਹੁੰਦਾ ਸੀ, ਮੈਂ ਬਿਆਨ ਵੀ ਨਹੀਂ ਕਰ ਸਕਦੀ। ਜਦੋਂ ਇਹ ਲਿਖਦੀ ਸੀਗੀ ਕਿ ਮੈਂ ਡਾਕਟਰ ਬਣਨਾ ਵਾ, ਮੇਰਾ ਇੱਕ ਸੁਪਨਾ ਵਾ, ਮੇਰੇ ਨੂੰ ਹੁੰਦਾ ਸੀ, ਮੈਂ ਕਹਿੰਦੀ ਸੀ ਮਾਂ ਮੇਰੇ ਬੇਟੇ ਨਾਲ ਹੋਇਆ ਕਿ ਇੱਦਾਂ ਕਦੀ ਕਿਸੇ ਦੇ ਬੱਚੇ ਨਾਲ ਨਾ ਕਰਿਓ। फिर कुछ टाइम ठहर के जो नीट का एग्ज़ाम आने लगा, कहती मम्मा मैंने नीट का पेपर देना है। मैंने कहा बेटा अभी तो बाहर भी नहीं निकली, पेपर कैसे देना है। उसी के बीच ही इसकी मेरी मदर इन लॉ की डेथ भी हो गई, इसकी दादी की। इसने अपनी दादी को भी अभी मिली थी। तो जो इन्हें नीट का पेपर दिता तो साढ़े पैरों थल्लों जमीन निकल गई। जो रिजल्ट आया, रिजल्ट देख के असीं हैरान हो गए। रिजल्ट देख के असीं हैरान हो गए कि ये नीट विचों क्लीयर हो गई और इनू अच्छी सीट मिल गई प्राइवेट। मैं खुशी का ठिकाना नहीं रहा कि अज सारिया खुशियां इस बच्चे पिछे मैं देखती पई हाँ। दोस्तों इस समय दी खबरां कल फिर मिलांगे इसे समय इसे चैनल के। तद तक लिए कुलवंत सिंह गिल नूं इजाजत दिओ। रब राखा।